शब्द ਹੁੰਦਾ गुरु, एक ਹੁੰਦਾ डम जी। ये दोवां शब्द ਜਿਹੜੇ ਨੇ ਇਹਨਾਂ ਦਾ ਕੀ ਮੇਲ ਹੈ? ਗੁਰੂ ਦਾ ਕੀ ਸੰਬੰਧ ਹੈ ਤੇ ਡਮ ਦਾ ਕੀ ਸੰਬੰਧ ਹੈ? ਦੇਖਦੇ ਆ ਕਿ ਗੁਰੂ ਦਾ ਰੋਲ ਮਨੁੱਖੀ ਜ਼ਿੰਦਗੀ ਵਿੱਚ ਕੀ ਹੁੰਦਾ ਹੈ। ਗੂ ਜਮਾ ਰੂ ਦੋ ਸ਼ਬਦਾਂ ਤੋਂ ਇਹ ਗੁਰੂ ਸ਼ਬਦ ਬਣਿਆ। ਜੇ ਨਹੀਂ ਬੋਲਦਾ ਤੇ ਸਰੀਰ ਆਪਣੇ ਆਪ ਦੇ ਵਿੱਚ ਗੁਰੂ ਨਹੀਂ ਹੈ। ਸਿੱਖ ਕੌਮ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇੱਕ ਇਸ ਤਰ੍ਹਾਂ ਦੇ ਕਾਲੇ ਦੌਰ ਦੇ ਵਿੱਚ ਐਂਟਰ ਕਰਦੀ ਹੈ ਕਿ ਸਿੱਖਾਂ ਕੋਲੋਂ ਆਪਣਾ ਇਤਿਹਾਸ ਵੀ ਨਹੀਂ ਲਿਖਿਆ ਗਿਆ। ਸਿੱਖਾਂ ਕੋਲੋਂ ਆਪਣੇ ਇੱਥੋਂ ਤੱਕ ਮੈਂ ਕਹਿ ਲਵਾਂ ਤੇ ਕੋਈ ਅਤਕਥਨੀ ਨਹੀਂ ਹੋਏਗੀ ਕਿ ਸਿੱਖਾਂ ਕੋਲੋਂ ਆਪਣੇ ਇਤਿਹਾਸਕ ਸਥਾਨ ਵੀ ਸਾਂਭੇ ਨਹੀਂ ਗਏ। ਜਦੋਂ ਅੰਗਰੇਜ਼ ਰਾਜ ਦਾ ਸਮਾਂ ਆਉਂਦਾ ਹੈ ਤੇ ਇਤਿਹਾਸਕ ਪੱਖ ਇਹ ਹੈ ਕਿ 1818 ਈਸਵੀ ਤੱਕ ਸਾਰਾ ਭਾਰਤ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ, ਲੇਕਿਨ ਪੰਜਾਬ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਪੰਜਾਬ ਦੇ ਵਿੱਚ ਸਿੱਖ ਬੈਠਾ ਹੈ। ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਉਹ ਵਿਚਾਰਧਾਰਾ ਬੈਠੀ ਆ ਜਿਹੜੀ ਕਹਿੰਦੀ ਆ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਟਾਏ। ਤੇ ਅੰਗਰੇਜ਼ਾਂ ਨੂੰ ਬਹੁਤ ਸਮਾਂ ਲੱਗ ਗਿਆ ਪੰਜਾਬ ਦੇ ਵਿੱਚ ਆਉਣ 'ਚ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਕਿੰਨੇ ਦਹਾਕੇ ਬਾਅਦ ਲਗਭਗ ਪੱਕੇ ਤੌਰ ਤੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੂੰ ਪੈਰ ਪਸਾਰਨ ਦੇ ਵਿੱਚ ਲਗਭਗ 20 ਸਾਲ ਦੇ ਲਾਗੇ ਦਾ ਸਮਾਂ ਲੱਗਦਾ ਹੈ। ਉਹਦੇ ਪਿੱਛੇ ਇੱਕੋ ਇੱਕ ਕਾਰਨ ਅੰਗਰੇਜ਼ਾਂ ਨੂੰ ਪਤਾ ਲੱਗਦਾ ਕਿ ਇੱਥੇ ਸਿੱਖ ਬੈਠਿਆ ਤੇ ਸਿੱਖਾਂ ਦੇ ਕੋਲ ਜਿਹੜੀ ਅੰਦਰ ਸੁਰਤ ਆ ਸਿੱਖਾਂ ਦੀ ਉਹ ਸ਼ਬਦ ਨਾਲ ਜੁੜੀ ਹੋਈ ਹੈ। ਤੇ ਜਦੋਂ ਅੰਦਰ ਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਤੇ ਸਰੀਰ ਫਿਰ ਬਲਵਾਨ ਹੋ ਜਾਂਦਾ ਹੈ ਤੇ ਕੁਰਬਾਨੀ ਲਈ ਵੀ ਤਿਆਰ ਹੋ ਜਾਂਦਾ ਹੈ। ਉਹੀ ਕੁਰਬਾਨੀ ਜਿਹੜੀ ਆ ਇਹਨਾਂ ਨੂੰ ਗੁਲਾਮੀ ਤੋਂ ਬਚਾਉਂਦੀ ਹੈ ਸਿੱਖਾਂ ਨੂੰ। ਅੰਗਰੇਜ਼ ਰਾਜ ਦੇ ਸਮੇਂ ਤੋਂ ਪਹਿਲਾਂ ਸਾਨੂੰ ਸਿੱਖ ਸਮਾਜ ਦੇ ਵਿੱਚ ਕੋਈ ਐਸਾ ਸੰਤ ਨਹੀਂ ਨਜ਼ਰ ਆਉਂਦਾ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਕਹਿੰਦਾ ਹੋਵੇ ਕਿ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਆ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਹੀ ਪ੍ਰਚਾਰ ਕਰਦਾ, ਲੇਕਿਨ ਉਹ ਆਪਣੇ ਨਾਮ ਨਾਲ ਸੰਤ ਲਾਉਂਦਾ। ਆਪਣੇ ਅੰਗਰੇਜ਼ ਵੀ ਕਾਫੀ ਇੱਥੇ ਲਿਆਂਦੇ ਜਿਨ੍ਹਾਂ ਨੂੰ ਪੰਜਾਬੀ ਪੜ੍ਹਾਈ, ਸਿੱਖ ਇਤਿਹਾਸ ਉਹਨਾਂ ਨੇ ਪੜ੍ਹਿਆ, ਸਿੱਖ ਹਿਸਟਰੀ ਪੜ੍ਹੀ, ਗੁਰਬਾਣੀ ਪੜ੍ਹੀ ਤੇ ਉਹਨਾਂ ਨੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿੱਚੋਂ ਨੋਟ ਕੀਤਾ ਔਰ ਉਹਨਾਂ ਸਤਿਕਾਰਤ ਸ਼ਬਦਾਂ ਦੇ ਵਿੱਚੋਂ ਇੱਕ ਸ਼ਬਦ ਸੰਤ ਵੀ ਸੀ। ਤੇ ਇਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੁਝ ਵਿਸ਼ੇਸ਼ ਪੁਰਖ ਲੱਭੇ, ਬੰਦੇ ਲੱਭੇ ਜਿਹੜੇ ਅਧਿਆਤਮਿਕਤਾ ਨਾਲ ਕੁਝ ਜੁੜੇ ਹੋਏ ਸਨ। ਉਹਨਾਂ ਦੇ ਨਾਮ ਨਾਲ ਸੰਤ ਲਗਾ ਕੇ ਉਹਨਾਂ ਨੂੰ ਫਿਰ ਸੋਚੀ ਸਮਝੀ ਇੱਕ ਪਲਾਨਿੰਗ ਦੇ ਨਾਲ ਸਿੱਖ ਕੌਮ ਦੇ ਵਿੱਚ ਭੇਜਿਆ। ਕੋਈ ਦਾਅਵਾ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਜਾਣਕਾਰੀ ਸੀ, ਕਿਉਂਕਿ ਜੇ ਉਹਨਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਹੁੰਦੀ ਤੇ ਸ਼ਾਇਦ ਉਹ ਇੱਕ ਘੋਰ ਪਾਪ ਕਰਨ ਵੱਲ ਨਾ ਤੁਰਦੇ। ਇਸ ਤਰ੍ਹਾਂ ਹੈ, ਜਦੋਂ ਅੱਜ ਅਸੀਂ ਇਹਨਾਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤੇ ਬਹੁਤ ਸਾਰੀਆਂ ਤੁਹਾਨੂੰ ਸੰਪਰਦਾਵਾਂ ਐਸੀਆਂ ਮਿਲਣਗੀਆਂ ਜਿਨ੍ਹਾਂ ਦਾ ਕੋਈ ਪੁਰਾਤਨ ਇਤਿਹਾਸ ਨਜ਼ਰ ਨਹੀਂ ਆਉਂਦਾ। ਮੈਨੂੰ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈ ਕਿ ਸਾਨੂੰ ਅੱਜ ਰਵਾਇਤੀ ਵੱਡੇ ਸਮਾਗਮਾਂ ਦੇ ਵਿੱਚੋਂ ਬਾਹਰ ਨਿਕਲ ਕੇ ਥੋੜ੍ਹਾ ਜਿਹਾ ਮਾਡਰਨ ਤਰੀਕੇ ਦੇ ਨਾਲ ਸਾਨੂੰ ਪ੍ਰਚਾਰ ਕਰਨਾ ਚਾਹੀਦਾ। ਯੂਕੇ, ਯੂਰਪ ਅਤੇ ਦੇਸ਼ ਵਿਦੇਸ਼ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਲੈ ਕੇ ਹਾਜ਼ਰ ਹੋਏ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਕੌਮੀ ਮੁੱਦੇ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਵੱਖ-ਵੱਖ ਵਿਦਵਾਨਾਂ ਨਾਲ ਕਰਾਉਂਦੇ ਹਾਂ ਜੋ ਸਾਡੀ ਕੌਮ ਦੇ ਅੱਜ ਚੱਲ ਰਹੇ ਵੱਖ-ਵੱਖ ਤਰ੍ਹਾਂ ਦੇ ਮੁੱਦੇ ਹਨ, ਜਿਨ੍ਹਾਂ ਵਿੱਚ ਅਸੀਂ ਕੌਮ ਦੇ ਇਸ ਹੋ ਰਹੇ ਨੁਕਸਾਨ ਨੂੰ ਬਚਾਉਣ ਵਾਸਤੇ ਅਸੀਂ ਵਿਦਵਾਨਾਂ ਦੀ ਰਾਏ ਮੁਤਾਬਕ ਉਹਨਾਂ ਦੇ ਹੱਲ ਲੱਭਦੇ ਹਾਂ। ਸੋ ਬਹੁਤ ਸਾਰੀ ਕੌਮ ਦੇ ਵਿੱਚ ਮਸਲੇ ਨੇ, ਕਈ ਤਰ੍ਹਾਂ ਦੇ ਨੇ, ਪਰ ਇਹਨਾਂ ਦੇ ਹੱਲ ਨਿਕਲ ਸਕਦੇ ਨੇ ਪਰ ਜੇ ਆਪਾਂ ਕੋਸ਼ਿਸ਼ ਕਰੀਏ ਤਾਂ। ਪਰ ਇਹ ਕੋਸ਼ਿਸ਼ਾਂ, ਇਹ ਹੱਲ ਬੁੱਧੀਜੀਵਾਂ ਦੇ ਪਾਸ ਨੇ, ਪਰ ਆਪਾਂ ਉਹਨਾਂ ਨਾਲ ਕਿਤੇ ਨਾ ਕਿਤੇ ਜਿਹੜੀ ਹੈ ਉਹ ਬੈਠਕ ਕਰਕੇ, ਇੱਕ ਸਭਾ ਕਰਕੇ ਸਾਰੇ ਹੱਲ ਕੱਢ ਸਕਦੇ ਹਾਂ। ਪਰ ਕਿਤੇ ਨਾ ਕਿਤੇ ਸਾਡੀ ਕੌਮ ਜਿਹੜੀ ਹੈ ਉਹ ਅੱਜ ਸੋਸ਼ਲ ਮੀਡੀਆ ਅੰਦਰ ਬਹੁਤ ਸਾਰਾ ਆਪੋ ਆਪਣਾ ਪ੍ਰਚਾਰ, ਆਪੋ ਆਪਣੀ ਮਤ ਦੂਜੀ ਦੇ ਰਹੇ ਨੇ, ਪਰ ਬੈਠ ਕੇ ਵਿਚਾਰਨ ਵਾਲੀ ਗੱਲ ਨਹੀਂ। ਤੇ ਮੈਂ ਚਾਹੁੰਦਾ ਵੀ ਆਪਾਂ ਜਿਹੜੀ ਹੈ ਸਾਡੀ ਕੌਮ ਦੇ ਜਿਹੜੇ ਮਸਲੇ ਨੇ ਉਹ ਇੱਕ ਸੈੱਟ ਤੇ ਬੈਠ ਕੇ, ਇੱਕ ਸਟੂਡੀਓ ਤੇ ਬੈਠ ਕੇ, ਇੱਕ ਮੰਚ ਤੇ ਬੈਠ ਕੇ ਆਪਾਂ ਇਹਨਾਂ ਨੂੰ ਸਾਰਿਆਂ ਨਾਲ ਮਿਲ ਵਰਤ ਕੇ ਕੱਢ ਸਕਦੇ ਹਾਂ। ਸੋ ਇਸ ਵਾਰ ਵੀ ਸਾਡੀ ਕੌਮ ਦੇ ਅੰਦਰ ਜਿਹੜਾ ਬਹੁਤ ਜ਼ਿਆਦਾ ਜਿਹੜਾ ਫੈਲਾਅ ਵਿੱਚ ਵਧਿਆ ਹੋਇਆ, ਇੰਜ ਕਹਿ ਲਈਏ ਵੀ ਜਿਹਨੇ ਆਪਣੀ ਬੜੀ ਪੰਜਾਬ ਅੰਦਰ ਧਾਕ ਬਣਾ ਲਈ ਹੈ, ਉਹ ਹੈ ਗੁਰਡਮ। ਤੇ ਗੁਰਡਮ ਕੀ ਹੈ, ਇਹਦੇ ਬਾਰੇ ਇਹ ਕਿੱਦਾਂ ਪ੍ਰਚਾਰ ਵਿੱਚ ਹੋਂਦ ਵਿੱਚ ਆਇਆ, ਇਸ ਨੇ ਆਪਣੀ ਥਾਂ ਕਿਵੇਂ ਬਣਾਈ, ਸਿੱਖ ਕੌਮ ਦੇ ਉੱਪਰ ਆਪਣਾ ਪ੍ਰਭਾਵ ਕਿਵੇਂ ਬਣਾਇਆ, ਇਹਨੇ ਸਾਰੇ ਸਵਾਲਾਂ ਦੇ ਜਵਾਬ ਅਤੇ ਇਹਦੇ ਹੱਲ ਅਸੀਂ ਸਾਰੇ ਵਿਦਵਾਨਾਂ ਕੋਲ ਪੁੱਛਦੇ ਵੀ ਰਹਾਂਗੇ। ਤੇ ਸਾਡੇ ਨਾਲ ਇਸ ਵਾਰ ਇਸੇ ਵਿਸ਼ੇ ਤੇ ਗੱਲ ਕਰਨ ਵਾਸਤੇ ਮੌਜੂਦ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਜੇਠੂਵਾਲ, ਜੋ ਕਿ ਕੌਮ ਦੇ ਵਿੱਚ ਬੜੀ ਵੱਡੀ ਆਪਣੀ ਪਹਿਚਾਣ ਬਣਾ ਕੇ ਬੜੀ ਲੰਮੇ ਸਮੇਂ ਤੋਂ ਕੌਮ ਦੀ ਸੇਵਾ ਕਰਦੇ ਆ ਰਹੇ ਨੇ। ਸੋ ਆਓ ਭਾਈ ਸਾਹਿਬ ਨਾਲ ਮੁਲਾਕਾਤ ਕਰਦੇ ਹਾਂ। ਭਾਈ ਸਾਹਿਬ ਜੀ, ਆਪ ਦਾ ਸਟੂਡੀਓ ਪਹੁੰਚਣ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਕੌਮ ਦੇ ਵਿੱਚ ਮੰਨਿਆ ਕਿ ਬਹੁਤ ਸਾਰੇ ਮਸਲੇ ਨੇ, ਪਰ ਇਹਨਾਂ ਮਸਲਿਆਂ ਦੇ ਹੱਲ ਸਮੇਂ ਨਾਲ ਨਿਕਲ ਜਾਣੇ ਚਾਹੀਦੇ ਸੀ। ਪਰ ਜਿੱਥੇ ਇੱਕ ਗੁਰੂ ਡੰਮ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਪੰਜਾਬ ਦੇ ਵਿੱਚ,
ਪਰ ਇਹਦਾ ਮਤਲਬ ਕੀ ਹੈ, ਇਹ ਕਿੱਥੋਂ ਸ਼ੁਰੂ ਹੁੰਦਾ ਹੈ? ਅਸਲ 'ਚ ਮੈਂ ਪਹਿਲਾਂ ਪੁੱਛਣਾ ਵੀ ਇੱਕ ਸ਼ਬਦ ਹੁੰਦਾ ਗੁਰੂ, ਇੱਕ ਹੁੰਦਾ ਡੰਮ ਜੀ। ਇਹ ਦੋਵਾਂ ਸ਼ਬਦ ਜਿਹੜੇ ਨੇ ਇਹਨਾਂ ਦਾ ਕੀ ਮੇਲ ਹੈ? ਗੁਰੂ ਦਾ ਕੀ ਸੰਬੰਧ ਹੈ ਤੇ ਡੰਮ ਦਾ ਕੀ ਸੰਬੰਧ ਹੈ? ਦੇਖੋ ਭਾਈ ਸਾਹਿਬ ਜੀ, ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਹੈ ਕਿ ਜਦੋਂ ਅਸੀਂ ਗੁਰੂ ਡੰਮ ਵਿਸ਼ੇ ਨੂੰ ਵਿਚਾਰਦੇ ਹਾਂ, ਇਸ ਸਮੱਸਿਆ ਦੇ ਹੱਲ ਵੱਲ ਆਪਣਾ ਦਿਮਾਗ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ, ਹਾਂਜੀ, ਤੇ ਸਭ ਤੋਂ ਪਹਿਲਾਂ ਸਾਨੂੰ ਇਹ ਵੇਖ ਲੈਣਾ ਚਾਹੀਦਾ ਕਿ ਜਿਹੜੀ ਸਾਡੀ ਸਮੱਸਿਆ ਆ ਉਹ ਸਾਡੀ ਸਮੱਸਿਆ ਕਿਸ ਚੀਜ਼ ਨੂੰ ਚੰਬੜੀ ਹੋਈ ਹੈ, ਜੀ ਜੀ, ਉਸ ਸਮੱਸਿਆ ਨੇ ਪਕੜ ਕਿਸ ਚੀਜ਼ ਤੇ ਬਣਾਈ ਹੋਈ ਹੈ। ਹਾਂਜੀ ਹਾਂਜੀ, ਅੱਜ ਦੀ ਇਹ ਸਾਡੀ ਜਿਹੜੀ ਵਿਚਾਰ ਅਧੀਨ ਸਮੱਸਿਆ ਹੈ, ਇਹ ਹੈ ਗੁਰੂ ਡੰਮ। ਤੇ ਇਸ ਸਮੱਸਿਆ ਨੂੰ ਵਿਚਾਰਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਗੁਰੂ ਦਾ ਰੋਲ ਮਨੁੱਖੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਹੈ। ਹਾਂਜੀ ਹਾਂਜੀ, ਬਿਲਕੁਲ। ਗੁਰੂ ਦੇ ਅਗਰ ਸ਼ਬਦੀ ਅਰਥ ਆਪਾਂ ਕਰਨ ਲੱਗੀਏ ਤੇ ਗੁਰੂ ਦੇ ਸ਼ਬਦੀ ਅਰਥ ਹਨ ਅਗਿਆਨਤਾ ਨੂੰ ਖਤਮ ਕਰ ਦੇਣਾ, ਹਨੇਰੇ ਨੂੰ ਨਿਗਲ ਜਾਣਾ। ਗੂ ਜਮਾ ਰੂ ਦੋ ਸ਼ਬਦਾਂ ਤੋਂ ਇਹ ਗੁਰੂ ਸ਼ਬਦ ਬਣਿਆ। ਅਗਿਆਨਤਾ ਨੂੰ ਖਤਮ ਕਰਕੇ ਗਿਆਨ ਦੇ ਵਿੱਚ ਕਨਵਰਟ ਕਰ ਦੇਣ ਵਾਲੇ ਨੂੰ ਅਸੀਂ ਗੁਰੂ ਕਹਿੰਦੇ ਹਾਂ। ਬਿਲਕੁਲ ਜੀ। ਹੁਣ ਇੱਥੇ ਗੱਲ ਹੋ ਰਹੀ ਹੈ ਸਾਡੀ ਇੱਕ ਕੌਮ ਦੀ, ਇੱਕ ਧਰਮ ਦੀ, ਇੱਥੇ ਗੱਲ ਹੋ ਰਹੀ ਹੈ ਸਾਡੀ ਅਧਿਆਤਮਿਕਤਾ ਦੀ। ਇੱਥੇ ਅਸੀਂ ਅੰਦਰ ਦੇ ਹਨੇਰੇ ਦੀ ਗੱਲ ਕਰਾਂਗੇ। ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਤੇ ਉਹਨੂੰ ਨਹੀਂ ਪਤਾ ਕਿ ਉਹਦੀਆਂ ਫੀਲਿੰਗਸ ਕੀ ਹੈ, ਉਹਦੀ ਨੌਲੇਜ ਕੀ ਹੈ। ਜਿਹੋ ਜਿਹੇ ਮਾਹੌਲ ਦੇ ਵਿੱਚ ਉਹ ਬੱਚਾ ਜਨਮ ਲੈਂਦਾ ਹੈ, ਜਿਹੋ ਜਿਹੇ ਮਾਹੌਲ 'ਚ ਉਹ ਵਿਚਰਦਾ ਆ, ਜਿਹੋ ਜਿਹੀ ਉਹਨੂੰ ਸੁਸਾਇਟੀ ਮਿਲਦੀ ਆ, ਉਹੋ ਜਿਹੀ ਇੱਕ ਨੌਲੇਜ ਉਹਦੇ ਅੰਦਰ ਜਾਂਦੀ ਹੈ। ਪਰ ਇੱਕ ਗੁਰੂ ਦਾ ਰੋਲ ਇਹ ਹੈ ਕਿ ਉਹ ਜਿਹੜੇ ਉਹਦੇ ਅੰਦਰ ਨੈਗੇਟਿਵਿਟੀ ਜਾਂ ਬਲਾਈਂਡ ਫੇਥ ਜਾਂ ਅਗਿਆਨਤਾ ਉਹਦੇ ਅੰਦਰ ਜਾ ਰਹੀ ਹੈ, ਜਿਹੜੇ ਪੀੜ੍ਹੀ ਦਰ ਪੀੜ੍ਹੀ ਗਲਤ ਵਿਸ਼ਵਾਸ ਭਰੇ ਹੋਏ ਨੇ, ਉਹ ਗੁਰੂ ਨੇ ਆਪਣੇ ਗਿਆਨ ਦੇ ਨਾਲ ਉਹਦੇ ਅੰਦਰੋਂ ਉਹ ਦੂਰ ਕਰਕੇ ਤੇ ਇੱਕ ਸਹੀ ਜਿਹੜਾ ਜ਼ਿੰਦਗੀ ਜੀਣ ਦਾ ਚਾਨਣ ਹੈ, ਗਿਆਨ ਆ, ਉਹ ਦੇਣਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਸਿੱਖ ਧਰਮ ਦੇ ਵਿੱਚ। ਸਾਡੇ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਰੱਖੀ। ਜਦੋਂ ਸਿੱਧਾਂ ਨੇ ਪੁੱਛਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਬੜਾ ਸੋਹਣਾ ਸਪਸ਼ਟ ਜਿਹਾ ਜਵਾਬ ਸੀ, ਜਿਹੜਾ ਸਾਨੂੰ ਅੱਜ ਵੀ ਗੁਰੂ ਨਾਨਕ ਦਾ ਉਹ ਜਵਾਬ ਯਾਦ ਰੱਖ ਲੈਣਾ ਚਾਹੀਦਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹਦਾ ਕਿਤੇ ਨਾ ਕਿਤੇ ਮਤਲਬ ਇਹ ਸੀ ਕਿ ਗੁਰੂ ਨੌਲੇਜ ਹੈ, ਗੁਰੂ ਗਿਆਨ ਹੈ, ਤੇ ਨੌਲੇਜ ਤੇ ਗਿਆਨ ਬੋਲ ਕੇ ਕਿਸੇ ਸ਼ਬਦ ਰਾਹੀਂ, ਕਿਸੇ ਭਾਸ਼ਾ ਰਾਹੀਂ ਦੂਸਰੇ ਤੱਕ ਪਹੁੰਚਾਇਆ ਜਾਂਦਾ ਹੈ। ਜੇ ਨਹੀਂ ਬੋਲਦਾ ਤੇ ਸਰੀਰ ਆਪਣੇ ਆਪ ਦੇ ਵਿੱਚ ਗੁਰੂ ਨਹੀਂ ਆ। ਜਿਹੜੀ ਅੰਦਰ ਜੋਤ, ਜਿਹੜੀ ਅੰਦਰ ਸੁਰਤ ਆ, ਉਹ ਕਿਸੇ ਸ਼ਬਦਾਂ ਦੇ ਰਾਹੀਂ ਆਪਣੇ ਅੱਗੇ ਬੈਠੇ ਹੋਏ ਆਪਣੇ ਉਪਾਸ਼ਕ ਨੂੰ, ਸਟੂਡੈਂਟ ਨੂੰ, ਚੇਲੇ ਨੂੰ, ਸਿੱਖ ਨੂੰ ਗਿਆਨ ਦਿੰਦੀ ਹੈ। ਅੱਜ ਦੀ ਡੇਟ ਦੇ ਵਿੱਚ ਜਦੋਂ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੁਆਰਾ ਸ਼ੁਰੂ ਕੀਤਾ ਹੋਇਆ ਇਹ ਨਿਰਾਲਾ ਪੰਥ ਜਦੋਂ ਖਾਲਸਾ ਪੰਥ ਬਣਦਾ ਹੈ, ਤੇ ਇਸ ਖਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੁਰੂ ਦੇ ਲੜ ਲਾਉਂਦੇ ਨੇ, ਤੇ ਉਸ ਗੁਰੂ ਦਾ ਨਾਮ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਸਿੱਖਾਂ ਦਾ ਅੱਜ ਮੌਜੂਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਜੋ ਸ਼ਬਦ ਗੁਰੂ ਤੇ ਗਿਆਨ ਗੁਰੂ ਹੈ। ਤੇ ਜਿਹੜਾ ਗੁਰੂ ਡੰਮ ਸ਼ਬਦ ਹੈ, ਇਹਦਾ ਜਿਹੜਾ ਹੁਣ ਅੱਜ ਦੇ ਸਮੇਂ ਵਿੱਚ, ਜੇ ਤੁਸੀਂ ਗੱਲ ਕਰਦੇ ਵੀ ਗੁਰੂ ਗੋਬਿੰਦ ਦਸਮ ਪਾਤਸ਼ਾਹ ਜੀ ਨੇ ਤਾਂ ਸਾਨੂੰ ਦਸਮ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਹੋਇਆ, ਤੇ ਫਿਰ ਅੱਜ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਬੋਲਬਾਲਾ ਗੁਰੂ ਡੰਮ ਦਾ ਹੈ, ਇਹਦਾ ਜਿਹੜਾ ਮਤਲਬ ਕੌਮ ਦੇ ਵਿੱਚ ਹੁਣ ਤੱਕ ਕਿੰਨਾ ਕੁ ਪ੍ਰਚਾਰ ਹੋਇਆ ਤੇ ਕਿਵੇਂ ਹੋਇਆ? ਦੇਖੋ, ਜਦੋਂ ਆਪਾਂ ਕੌਮ ਦੀਆਂ ਮੌਜੂਦਾ ਸਮੱਸਿਆਵਾਂ ਦੀ ਗੱਲ ਕਰਾਂਗੇ ਤੇ ਸਾਨੂੰ ਇਤਿਹਾਸ ਦੇ ਵਿੱਚ ਝਾਤੀ ਜ਼ਰੂਰ ਮਾਰਨੀ ਪਏਗੀ। ਬਿਲਕੁਲ। ਜੇ ਅਸੀਂ ਇਤਿਹਾਸ 'ਚ ਝਾਤੀ ਨਹੀਂ ਮਾਰਦੇ ਤੇ ਸਾਨੂੰ ਮੌਜੂਦਾ ਵੱਧ ਫੁੱਲ ਚੁੱਕੀਆਂ ਕੌਮ ਦੀਆਂ ਸਮੱਸਿਆਵਾਂ ਬਾਰੇ ਸਹੀ ਗਿਆਨ ਨਹੀਂ ਹੋਊਗਾ। ਜੇ ਸਹੀ ਗਿਆਨ ਨਹੀਂ ਹੋਊਗਾ ਤਾਂ ਅਸੀਂ ਸਹੀ ਹੱਲ ਨਹੀਂ ਲੱਭ ਸਕਾਂਗੇ। ਸਿੱਖ ਕੌਮ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇੱਕ ਇਸ ਤਰ੍ਹਾਂ ਦੇ ਕਾਲੇ ਦੌਰ ਦੇ ਵਿੱਚ ਐਂਟਰ ਕਰਦੀ ਹੈ ਕਿ ਸਿੱਖਾਂ ਕੋਲੋਂ ਆਪਣਾ ਇਤਿਹਾਸ ਵੀ ਨਹੀਂ ਲਿਖਿਆ ਗਿਆ। ਸਿੱਖਾਂ ਕੋਲੋਂ ਆਪਣੇ ਇੱਥੋਂ ਤੱਕ ਮੈਂ ਕਹਿ ਲਵਾਂ ਤੇ ਕੋਈ ਅਤਕਥਨੀ ਨਹੀਂ ਹੋਏਗੀ ਕਿ ਸਿੱਖਾਂ ਕੋਲੋਂ ਆਪਣੇ ਇਤਿਹਾਸਕ ਸਥਾਨ ਵੀ ਸਾਂਭੇ ਨਹੀਂ ਗਏ। ਪਰ ਮੈਂ ਥੋੜ੍ਹਾ ਜਿਹਾ ਆਪਣੀ ਗੱਲ ਨੂੰ ਸ਼ਾਰਟ ਕਰਾਂ। ਜੇ ਇਤਿਹਾਸ ਦੇ ਪੱਖ ਦੇ ਵਿੱਚ ਜ਼ਿਆਦਾ ਚਲੇ ਗਏ ਆਪਾਂ ਤੇ ਟਾਈਮ ਜ਼ਿਆਦਾ ਲੱਗ ਸਕਦਾ ਆ। ਮਿਸਲਾਂ ਦੇ ਸਮੇਂ ਤੋਂ ਬਾਅਦ ਸਿੱਖ ਕੌਮ ਰਾਜ ਭਾਗ ਦਾ ਆਨੰਦ ਜ਼ਰੂਰ ਮਾਣ ਰਹੀ ਹੈ, ਲੇਕਿਨ ਉਸ ਵੇਲੇ ਵੀ ਗੁਰਮਤਿ ਦਾ ਪ੍ਰਚਾਰ ਕੋਈ ਵੱਡੇ ਲੈਵਲ ਤੇ ਨਹੀਂ ਹੋ ਰਿਹਾ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਿੱਖ ਕੌਮ ਵਾਸਤੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਕਿ ਸਿੱਖ ਰਾਜ ਕਾਇਮ ਕੀਤਾ ਹੈ, ਜਿਹਨੂੰ ਉਹ ਖਾਲਸੇ ਦਾ ਰਾਜ ਕਹਿੰਦਾ ਹੈ। ਲੇਕਿਨ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਜੀਵਨੀ ਦੇ ਵਿੱਚੋਂ ਵੀ ਦੇਖੀਏ ਤੇ ਗੁਰਮਤਿ ਦਾ ਪ੍ਰਚਾਰ ਸਾਨੂੰ ਪਤਾ ਲੱਗਦਾ ਕਿ ਉਸ ਵੇਲੇ ਗੁਰਮਤਿ ਦਾ ਪ੍ਰਚਾਰ ਵੀ ਨਹੀਂ ਹੋ ਰਿਹਾ। ਤੇ ਉਸ ਤੋਂ ਬਾਅਦ ਜਦੋਂ ਅੰਗਰੇਜ਼ ਰਾਜ ਦਾ ਸਮਾਂ ਆਉਂਦਾ ਹੈ ਤੇ
ਇਤਿਹਾਸਕ ਪੱਖ ਇਹ ਹੈ ਕਿ 1818 ਈਸਵੀ ਤੱਕ ਸਾਰਾ ਭਾਰਤ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ, ਲੇਕਿਨ ਪੰਜਾਬ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਪੰਜਾਬ ਦੇ ਵਿੱਚ ਸਿੱਖ ਬੈਠਾ ਹੈ। ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਉਹ ਵਿਚਾਰਧਾਰਾ ਬੈਠੀ ਆ ਜਿਹੜੀ ਕਹਿੰਦੀ ਆ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਤੇ ਅੰਗਰੇਜ਼ਾਂ ਨੂੰ ਬਹੁਤ ਸਮਾਂ ਲੱਗ ਗਿਆ ਪੰਜਾਬ ਦੇ ਵਿੱਚ ਆਉਣ 'ਚ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਕਿੰਨੇ ਦਹਾਕੇ ਬਾਅਦ, ਜਾਂ ਇਉਂ ਕਹਿ ਲਓ ਕਿ ਮੈਂ ਅੰਦਾਜ਼ਾ ਲਗਾਉਣਾ ਆ, ਵਿਸ਼ਲੇਸ਼ਣ ਕਰਦੇ ਆ ਕਿ ਲਗਭਗ ਪੱਕੇ ਤੌਰ ਤੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੂੰ ਪੈਰ ਪਸਾਰਨ ਦੇ ਵਿੱਚ ਲਗਭਗ 20 ਸਾਲ ਦੇ ਲਾਗੇ ਦਾ ਸਮਾਂ ਲੱਗਦਾ ਹੈ। ਉਹਦੇ ਪਿੱਛੇ ਇੱਕੋ ਇੱਕ ਕਾਰਨ ਅੰਗਰੇਜ਼ਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਸਿੱਖ ਬੈਠਿਆ ਤੇ ਸਿੱਖਾਂ ਦੇ ਕੋਲ ਜਿਹੜੀ ਅੰਦਰ ਸੁਰਤ ਆ ਸਿੱਖਾਂ ਦੀ, ਉਹ ਸ਼ਬਦ ਨਾਲ ਜੁੜੀ ਹੋਈ ਆ। ਤੇ ਜਦੋਂ ਅੰਦਰ ਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਆ ਤੇ ਸਰੀਰ ਫਿਰ ਬਲਵਾਨ ਹੋ ਜਾਂਦਾ ਹੈ ਤੇ ਕੁਰਬਾਨੀ ਲਈ ਵੀ ਤਿਆਰ ਹੋ ਜਾਂਦਾ ਹੈ। ਉਹੀ ਕੁਰਬਾਨੀ ਜਿਹੜੀ ਆ ਇਹਨਾਂ ਨੂੰ ਗੁਲਾਮੀ ਤੋਂ ਬਚਾਉਂਦੀ ਆ ਸਿੱਖਾਂ ਨੂੰ। ਅੰਗਰੇਜ਼ ਆ ਕੇ ਵੇਖਦੇ ਨੇ ਕਿ ਇਹਨਾਂ ਸਿੱਖਾਂ ਨੂੰ ਅਗਰ ਜੇ ਅਸੀਂ ਗੁਲਾਮ ਰੱਖਣਾ ਆ ਤੇ ਇਹਨਾਂ ਦੀ ਅੰਦਰ ਦੀ ਸੁਰਤ ਜਿਹੜੀ ਆ ਉਹ ਸ਼ਬਦ ਨਾਲ ਤੋੜਨੀ ਪਏਗੀ। ਔਰ ਉਹ ਆਪਣੀ ਇਸ ਚਲਾਕੀ ਦੇ ਵਿੱਚ ਕਾਮਯਾਬ ਵੀ ਹੁੰਦੇ ਨੇ, ਜੇ ਅਸੀਂ ਇਤਿਹਾਸ ਨੂੰ ਇਸ ਨਜ਼ਰੀਏ ਨਾਲ ਦੇਖੀਏ। ਜੀ ਬਿਲਕੁਲ। ਤੁਸੀਂ ਸਵਾਲ ਕੀਤਾ ਹੈ ਕਿ ਗੁਰੂ ਡੰਮ ਦਾ ਪ੍ਰਚਾਰ। ਸਭ ਤੋਂ ਪਹਿਲੇ ਸਵਾਲ ਆਪਾਂ ਨੂੰ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਗੁਰੂ ਡੰਮ ਦੀ ਹੋਂਦ ਸਿੱਖ ਪੰਥ ਦੇ ਵਿੱਚ ਕਿਵੇਂ ਪੈਦਾ ਹੋਈ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਿਆਈ ਮਿਲਣ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਕਿ ਅੰਗਰੇਜ਼ ਰਾਜ ਦੇ ਸਮੇਂ ਤੋਂ ਪਹਿਲਾਂ ਸਾਨੂੰ ਸਿੱਖ ਸਮਾਜ ਦੇ ਵਿੱਚ ਕੋਈ ਐਸਾ ਸੰਤ ਨਹੀਂ ਨਜ਼ਰ ਆਉਂਦਾ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਕਹਿੰਦਾ ਹੋਵੇ ਕਿ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਆ, ਮੈਂ ਵੀ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਹੀ ਪ੍ਰਚਾਰ ਕਰਦਾ, ਲੇਕਿਨ ਉਹ ਆਪਣੇ ਨਾਮ ਨਾਲ ਸੰਤ ਲਾਉਂਦਾ ਹੋਵੇ। ਅੰਗਰੇਜ਼ਾਂ ਦੇ ਰਾਜ ਵੇਲੇ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਇਹਨਾਂ ਸਿੱਖਾਂ ਦੀ ਅੰਦਰੋਂ ਸੁਰਤ ਸ਼ਬਦ ਨਾਲੋਂ ਤੋੜ ਦੇਵਾਂਗੇ ਤੇ ਕਮਜ਼ੋਰ ਹੋ ਜਾਣਗੇ। ਤੇ ਉਹਦੇ ਵਾਸਤੇ ਇਹਨਾਂ ਨੇ ਆਪਣੇ ਅੰਗਰੇਜ਼ ਵੀ ਕਾਫੀ ਇੱਥੇ ਲਿਆਂਦੇ, ਜਿਨ੍ਹਾਂ ਨੂੰ ਪੰਜਾਬੀ ਪੜ੍ਹਾਈ, ਸਿੱਖ ਇਤਿਹਾਸ ਉਹਨਾਂ ਨੇ ਪੜ੍ਹਿਆ, ਸਿੱਖ ਹਿਸਟਰੀ ਪੜ੍ਹੀ, ਗੁਰਬਾਣੀ ਪੜ੍ਹੀ, ਤੇ ਉਹਨਾਂ ਨੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚੋਂ ਨੋਟ ਕੀਤਾ, ਜਿਹੜਾ ਸ਼ਬਦ ਸੀ ਸੰਤ ਸ਼ਬਦ। ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨਾਮ ਜਪਣ ਵਾਲੇ ਪ੍ਰਾਣੀਆਂ ਨੂੰ, ਨਾਮ ਜਪਣ ਵਾਲੇ ਇਨਸਾਨਾਂ ਨੂੰ ਬਹੁਤ ਸਤਿਕਾਰ ਦਿੰਦੀ ਹੈ। ਔਰ ਉਹਨਾਂ ਸਤਿਕਾਰਤ ਸ਼ਬਦਾਂ ਦੇ ਵਿੱਚੋਂ ਇੱਕ ਸ਼ਬਦ ਸੰਤ ਵੀ ਸੀ। ਤੇ ਇਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੁਝ ਵਿਸ਼ੇਸ਼ ਪੁਰਖ ਲੱਭੇ, ਬੰਦੇ ਲੱਭੇ ਜਿਹੜੇ ਅਧਿਆਤਮਿਕਤਾ ਨਾਲ ਕੁਝ ਜੁੜੇ ਹੋਏ ਸਨ, ਤੇ ਉਹਨਾਂ ਦੇ ਨਾਮ ਨਾਲ ਸੰਤ ਲਗਾ ਕੇ ਉਹਨਾਂ ਨੂੰ ਫਿਰ ਸੋਚੀ ਸਮਝੀ ਇੱਕ ਪਲਾਨਿੰਗ ਦੇ ਨਾਲ ਸਿੱਖ ਕੌਮ ਦੇ ਵਿੱਚ ਭੇਜਿਆ। ਤੇ ਸੰਗਤਾਂ ਭੋਲੀਆਂ ਭਾਲੀਆਂ ਸਨ, ਪੜ੍ਹੀਆਂ ਲਿਖੀਆਂ ਵੀ ਨਹੀਂ ਸਨ ਸਿੱਖ ਧਰਮ ਦੇ ਵਿੱਚ। ਤੇ ਹੁਣ ਪਿਛਲੇ 30-40 ਸਾਲਾਂ ਤੋਂ ਕੁਝ ਜਿਹੜੇ ਸੰਤ ਉਹਨਾਂ ਨੇ ਤਿਆਰ ਕੀਤੇ ਨੇ ਜੀ, ਕੀ ਇਹ ਪੂਰੀ ਤਰ੍ਹਾਂ ਜਾਣਕਾਰੀ ਰੱਖਦੇ ਸੀ ਇਤਿਹਾਸ ਬਾਰੇ, ਜਾਂ ਕਿ ਉਹਨਾਂ ਨੇ ਆਪ ਜਾਣ ਬੁੱਝ ਕੇ ਬੰਦੇ ਉਹ ਚੁਣੇ ਜਿਨ੍ਹਾਂ ਨੂੰ ਬਿਲਕੁਲ ਜਾਣਕਾਰੀ ਨਹੀਂ? ਨਹੀਂ, ਇਹ ਅਸੀਂ ਕੋਈ ਦਾਅਵਾ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਜਾਣਕਾਰੀ ਸੀ, ਕਿਉਂਕਿ ਜੇ ਉਹਨਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਹੁੰਦੀ ਤੇ ਸ਼ਾਇਦ ਉਹ ਇੱਕ ਘੋਰ ਪਾਪ ਕਰਨ ਵੱਲ ਨਾ ਤੁਰਦੇ। ਉਹਨਾਂ ਦੀ ਆਸਥਾ ਨੂੰ ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ਦੇ ਵਿੱਚ, ਮੇਰੇ ਮਤਲਬ ਇਦਾਂ ਵੀ ਉਹ ਵਪਾਰੀ ਬਿਰਤੀ ਲੈ ਕੇ ਚੱਲ ਪਏ, ਵਪਾਰੀ ਬਿਰਤੀ ਲੈ ਕੇ ਚੱਲ ਗਏ। ਜਾਂ ਇਉਂ ਕਹਿ ਲਓ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ, ਤੁਸੀਂ ਫੌਜੀ ਵੀ ਦੇਖਦੇ ਹੋ, ਤੇ ਉਹ ਪੈਸੇ ਲਈ ਫੌਜ 'ਚ ਗਏ ਸੀ। ਜਦੋਂ ਉਹਨਾਂ ਨੂੰ ਇੱਕ ਮਾਨ ਸਨਮਾਨ ਵੀ ਸੰਗਤਾਂ ਕੋਲੋਂ ਬਹੁਤ ਮਿਲਿਆ, ਪੈਸੇ ਦੀ ਵੀ ਕੋਈ ਕਮੀ ਰਹੀ, ਸੁੱਖ ਸਹੂਲਤਾਂ ਵੀ ਬਹੁਤ ਰਹੀਆਂ, ਤੇ ਇੱਕਦਮ ਸੰਗਤਾਂ ਉਹਨਾਂ ਦੇ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ, ਕਿਉਂਕਿ ਸਰਕਾਰੀ ਸਹੂਲਤਾਂ ਉਹਨਾਂ ਦੇ ਕੋਲ ਸਨ, ਗੱਲਬਾਤ ਕਰਨ ਦਾ ਥੋੜ੍ਹਾ ਢੰਗ ਉਹਨਾਂ ਦੇ ਕੋਲ ਸੀ। ਤੇ ਉਸ ਸਮੇਂ ਤੱਕ ਸਿੱਖ ਕੌਮ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਦਾ ਪ੍ਰਚਾਰ ਵੀ ਬਹੁਤ ਮੱਧਮ ਪੈ ਰਿਹਾ ਸੀ। ਤੇ ਇਹ ਚੀਜ਼ ਬੜੀ ਸਹਾਈ ਸਿੱਧ ਹੋਈ, ਔਰ ਸਿੱਖ ਸੰਗਤਾਂ ਨੂੰ ਉਹਨਾਂ ਸੋਚੀ ਸਮਝੀ ਸਾਜ਼ਿਸ਼ਾਂ ਤਹਿਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਨਾਲੋਂ ਤੋੜ ਕੇ ਸਰੀਰਾਂ ਨਾਲ ਜੋੜਨ 'ਚ ਕਾਮਯਾਬੀ ਮਿਲੀ। ਇਹ ਤੁਸੀਂ ਗੱਲ ਕੀਤੀ, ਮਤਲਬ ਉਹਨਾਂ ਸੰਤ ਤਿਆਰ ਕੀਤੇ, ਉਹਨਾਂ ਦੇ ਫਿਰ ਕੋਈ ਖਾਸ ਅਸਥਾਨ ਵੀ ਬਣਾਏ ਹੋਣਗੇ ਸਰਕਾਰ ਵੱਲੋਂ? ਜੇ ਬਣਾਏ ਹੋਣਗੇ ਤਾਂ ਕੀ ਉਹ ਜਿਹੜੇ ਇਤਿਹਾਸਕ ਸਥਾਨ ਉਹੀ ਸੀ ਜਾਂ ਉਸ ਤੋਂ ਵੱਖਰਾ ਨੂੰ ਤਿਆਰ ਕਰਕੇ ਦਿੱਤੇ? ਇਸ ਤਰ੍ਹਾਂ ਹੈ, ਜਦੋਂ ਅੱਜ ਅਸੀਂ ਇਹਨਾਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤੇ ਬਹੁਤ ਸਾਰੀਆਂ ਤੁਹਾਨੂੰ ਸੰਪਰਦਾਵਾਂ ਐਸੀਆਂ ਮਿਲਣਗੀਆਂ ਜਿਨ੍ਹਾਂ ਦਾ ਕੋਈ ਪੁਰਾਤਨ ਇਤਿਹਾਸ ਨਜ਼ਰ ਨਹੀਂ ਆਉਂਦਾ। ਬਿਲਕੁਲ। ਉਹਨਾਂ ਦੇ ਪਿੱਛੇ ਅਸੀਂ ਆਪਣੀ ਇਹ ਸੋਚ ਲਾ ਸਕਦੇ ਹਾਂ ਕਿ ਇਹ ਜਗ੍ਹਾ, ਇਹ ਸੰਸਥਾਵਾਂ ਇੱਥੋਂ ਉਹਨਾਂ ਨੇ ਇਸ ਤਰੀਕੇ ਨਾਲ ਸ਼ੁਰੂ ਕੀਤੀਆਂ। ਕੁਝ ਮਾਲੀ ਸਹਾਇਤਾ ਵੀ ਦਿੱਤੀ ਹੋਏਗੀ, ਕੁਝ ਉਸ ਵੇਲੇ ਸਰਕਾਰੀ ਮਸ਼ੀਨਰੀ ਵੀ ਦਿੱਤੀ ਹੋਏਗੀ ਨਾਲ ਲੋਕਾਂ ਨੂੰ ਲੈ ਕੇ ਆਉਣ ਵਾਸਤੇ ਕਿ ਉਹਨਾਂ ਦੇ ਡੇਰਿਆਂ 'ਤੇ ਆਉਣ। ਪਰ ਕੁਝ ਹੱਦ ਤੱਕ ਜਿਹੜੀਆਂ ਸਾਡੀਆਂ ਪੁਰਾਤਨ ਸੰਪਰਦਾਵਾਂ ਸਨ, ਜਿਨ੍ਹਾਂ ਦਾ ਸਿੱਖ ਕੌਮ ਦੇ ਵਿੱਚ ਬੜਾ ਅਹਿਮ ਯੋਗਦਾਨ ਰਿਹਾ, ਉਹਨਾਂ ਸੰਪਰਦਾਵਾਂ ਨੂੰ ਵੀ ਹਾਈਜੈਕ ਕਰਨ ਦੀ ਉਹਨਾਂ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਸਫਲ ਹੋਏ। ਹੁਣ ਤੱਕ ਮਤਲਬ ਇਸ ਗੁਰੂ ਡੰਮ ਨੇ ਸਿੱਖ ਕੌਮ ਦਾ ਕਿੰਨਾ ਕੁ ਨੁਕਸਾਨ ਕੀਤਾ? ਜੇ ਤੁਹਾਡੇ ਇਸ ਸਵਾਲ ਦਾ ਜਵਾਬ ਮੈਂ ਇਸ ਨਜ਼ਰੀਏ ਨਾਲ ਦੇਣਾ ਹੋਵੇ ਕਿ ਜਿਵੇਂ ਅਗਰ ਇੱਕ ਚੌਲਾਂ ਦਾ ਪਤੀਲਾ ਚੈੱਕ ਕਰਨਾ ਹੁੰਦਾ ਹੈ ਕਿ ਚੌਲ ਬਣ ਗਏ ਕਿ ਨਹੀਂ ਬਣ ਗਏ, ਤੇ ਇੱਕ ਚੌਲ ਦੇਖ ਲਈਦਾ ਹੈ,
ਤੁਸੀਂ ਇੱਕ ਚੀਜ਼ ਦੇਖੋ ਕਿ ਕਿੰਨੇ ਅੰਮ੍ਰਿਤਧਾਰੀ ਸਿੰਘ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਆ ਕਿ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰਧਾਰਾ ਨੂੰ ਪੜ੍ਹਨਾ, ਵਿਚਾਰਨਾ, ਸਮਝਣਾ ਤੇ ਉਹਦੇ ਮੁਤਾਬਕ ਜ਼ਿੰਦਗੀ ਜਿਉਣਾ ਸਾਡਾ ਧਰਮ ਹੈ। ਧਰਮ ਹੈ, ਬਿਲਕੁਲ ਉਹ ਜਿਹੜੇ ਸਿੰਘ ਨੇ ਜਿਹੜੇ ਅਜੇ ਗੁਰੂਡਮ ਨਾਲ ਨਹੀਂ ਜੁੜੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਬਿਲਕੁਲ ਜੀ। ਉਹ ਜਿਹੜੇ ਸਿੰਘ ਨੇ, ਉਹ ਜਿਹੜੀਆਂ ਆਤਮਾਵਾਂ ਨੇ, ਉਹਨਾਂ ਚੋਂ ਕਿੰਨੀਆਂ ਆਤਮਾਵਾਂ ਨੇ ਜਿਹੜੀਆਂ ਹਰ ਐਤਵਾਰ ਹਫ਼ਤੇ ਬਾਅਦ ਕਿਤੇ ਨਾ ਕਿਤੇ ਇੱਕ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਜਿੱਥੇ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਹੋਵੇ। ਹਾਂ, ਬਿਲਕੁਲ। ਜਾਂ ਇਉਂ ਮੈਂ ਤੁਹਾਨੂੰ ਇੱਕ ਸਵਾਲ ਕਰ ਲਵਾਂ ਕਿ ਅੱਜ ਜਪਜੀ ਸਾਹਿਬ ਦੀ ਬਾਣੀ ਸਿੱਖ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਪੜ੍ਹੀ ਜਾਣ ਵਾਲੀ ਬਾਣੀ ਆ, ਔਰ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਜਿੰਨਾ ਗਿਆਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪਾਇਆ ਆ, ਮੇਰਾ ਖਿਆਲ ਹੈ ਕਿ ਇਸ ਗਿਆਨ ਨੂੰ ਸਮਝਣਾ ਵੀ ਸਾਡੇ ਵੱਸ ਦੀ ਅਜੇ ਤੱਕ ਇਹ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਪਰ ਜਿੰਨਾ ਕੁ ਅਜੇ ਤੱਕ ਵਿਦਵਾਨਾਂ ਨੇ ਸਾਹਮਣੇ ਲਿਆਂਦਾ ਆ, ਤੁਸੀਂ ਕਿਤੇ ਚੈੱਕ ਕਰਕੇ ਦੇਖੋ ਕਿ ਜਪਜੀ ਸਾਹਿਬ ਦੀ ਬਾਣੀ ਬਾਰੇ ਕਿੰਨਾ ਕੁ ਅਸੀਂ ਆਪਣੇ ਸਿੱਖ ਸਮਾਜ ਨੂੰ ਜਾਂ ਸਿੱਖਾਂ ਨੂੰ ਜਾਗਰੂਕ ਕਰ ਸਕੇ ਹਾਂ। ਪੜ੍ਹਨ ਜਿਹੜੀ ਬਾਣੀ ਰੋਜ਼ ਸਿੱਖ ਪੜ੍ਹਦਾ ਹੈ, ਉਸ ਬਾਣੀ ਦੇ ਸ਼ਬਦੀ ਅਰਥ ਜਾਂ ਵਿਚਾਰਧਾਰਾ ਜਾਂ ਸੋਚ ਅਜੇ ਸਿੱਖਾਂ ਨੂੰ ਨਹੀਂ ਪਤਾ। ਤੁਸੀਂ ਸਵਾਲ ਕੀਤਾ ਸੀ ਕਿ ਸਿੱਖ ਕੌਮ ਦਾ ਨੁਕਸਾਨ ਕਿੰਨਾ ਕੁ ਕਰ ਚੁੱਕੇ ਨੇ। ਇੱਕ ਪਾਸੇ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਸਿੱਖ ਜਪਜੀ ਸਾਹਿਬ ਦੀ ਬਾਣੀ ਨੂੰ ਵੀ ਚੰਗੀ ਤਰ੍ਹਾਂ ਸਮਝਣ 'ਚ ਕਾਮਯਾਬ ਨਹੀਂ ਹੋਇਆ। ਐਤਵਾਰ ਦੇ ਐਤਵਾਰ ਬਹੁਤ ਘੱਟ ਲੋਕ ਗੁਰਦੁਆਰੇ ਮੱਥਾ ਟੇਕਣ ਜਾਂਦੇ ਨੇ, ਜਿਹੜੇ ਜਾਂਦੇ ਉਹ ਵੀ ਇੱਕ ਧਾਰਮਿਕ ਰਸਮਾਂ ਪੂਰੀਆਂ ਕਰਨ ਜਾਂਦੇ ਨੇ। ਪਰ ਤੁਹਾਡਾ ਸਵਾਲ ਸੀ ਜਿਹੜਾ ਕਿ ਕਿੰਨਾ ਕੁ ਨੁਕਸਾਨ ਕਰਨ 'ਚ ਕਾਮਯਾਬ ਹੋਇਆ, ਮੈਂ ਉਹਦਾ ਜਵਾਬ ਦੇਣ ਲੱਗਾ ਆ। ਕਿਤੇ ਪਿੰਡਾਂ ਵਿੱਚ ਜਾ ਕੇ ਦੇਖੋ, ਕਿਸੇ ਦੇਹਧਾਰੀ ਗੁਰੂ ਡੰਮ ਦੇ ਚੇਲੇ ਨੂੰ ਪੁੱਛ ਕੇ ਵੇਖੋ ਜਿਹਨੇ ਨਾਮ ਲਿਆ ਹੋਵੇ, ਕਿਸੇ ਵੀ ਡੇਰੇ ਦਾ ਨਾਮ ਲਿਆ ਹੋਵੇ, ਉਹ ਐਤਵਾਰ ਦੇ ਐਤਵਾਰ ਕਿਤੇ ਨਾ ਕਿਤੇ ਉਹਨਾਂ ਦਾ ਸਤਸੰਗ ਸੁਣਨ ਵਾਸਤੇ ਜਾਂਦਾ ਹੈ। ਔਰ ਉੱਥੇ ਭੀੜਾਂ ਲੱਗੀਆਂ ਹੁੰਦੀਆਂ ਲੋਕਾਂ ਦੀਆਂ। ਸਾਡੇ ਗੁਰਦੁਆਰਿਆਂ ਦੇ ਵਿੱਚ ਭੀੜਾਂ ਵੀ ਨਹੀਂ ਲੱਗੀਆਂ ਹੁੰਦੀਆਂ, ਪਰ ਸ਼ਬਦ ਦਾ ਪ੍ਰਚਾਰ ਫਿਰ ਵੀ ਗੁਰਦੁਆਰੇ 'ਚ ਨਹੀਂ ਹੋ ਰਿਹਾ ਹੁੰਦਾ। ਇਹ ਸਾਡੀ ਸਭ ਤੋਂ ਵੱਡੀ ਇੱਕ ਕਮਜ਼ੋਰੀ ਹੈ ਕਿ ਅਸੀਂ ਗੁਰਬਾਣੀ ਦੀ ਵਿਚਾਰ ਤੇ ਵਿਖਿਆਨ ਨੂੰ ਲੋਕਾਂ ਦੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਦੱਸ ਨਹੀਂ ਪਾਏ। ਔਰ ਉਹ ਇਹ ਦੇਹਧਾਰੀ ਗੁਰੂ ਡੰਮ ਜਿਹੜੇ ਆ ਲੋਕਾਂ ਦੀ ਭਾਸ਼ਾ ਦੇ ਵਿੱਚ ਆਪਣਾ ਮੱਕੜ ਜਾਲ ਫੈਲਾਉਣ ਦੇ ਵਿੱਚ ਕਾਮਯਾਬ ਹੋ ਰਹੇ ਨੇ, ਔਰ ਬਹੁਤ ਵੱਡੇ ਲੈਵਲ ਤੇ ਸਿੱਖ ਕੌਮ ਦਾ ਨੁਕਸਾਨ ਕਰਨ 'ਚ ਡੇਰੇ ਕਾਮਯਾਬ ਹੋਏ ਨੇ। ਇੱਕ ਮਿੰਟ ਮੈਂ ਗੱਲ ਹੋਰ ਪੁੱਛਣਾ ਚਾਹੁੰਦਾ ਕਿ ਜਿਹੜੇ ਇਹ ਮਤਲਬ ਕਹਿ ਲਓ ਕਿ ਤੁਸੀਂ ਕਹਿੰਦੇ ਵੀ ਜਿਹੜੇ ਪਿੰਡਾਂ ਵਿੱਚੋਂ ਹਰ ਐਤਵਾਰ ਕਿਤੇ ਨਾ ਕਿਤੇ ਉੱਥੇ ਜਾਂਦੇ ਨੇ, ਪਹੁੰਚਦੇ ਨੇ ਜੀ, ਉਹ ਜਿਹੜੇ ਪਹੁੰਚਦੇ ਨੇ ਉਹਨਾਂ ਨੂੰ ਕੋਈ ਮਤਲਬ ਸਾਧਨ ਵੀ ਆਉਂਦੇ ਹੋਣਗੇ, ਕੋਈ ਉਹਨਾਂ ਨੂੰ ਇੰਜ ਕਹਿ ਲਈਏ ਵੀ ਪਹਿਲਾਂ ਵੀ ਤਿਆਰ ਕੀਤੇ ਹੋਣਗੇ ਵੀ ਤੁਸੀਂ ਇੰਨੇ ਬੰਦੇ ਲੈ ਕੇ ਆਉਣੇ, ਤੁਹਾਨੂੰ ਸਾਧਨ ਭੇਜ ਦਿਆਂਗੇ। ਕਿਤੇ ਨਾ ਕਿਤੇ ਜਿਹੜਾ ਇਹ ਸਿਸਟਮ ਸ਼ੁਰੂ ਹੋਇਆ ਜੀ, ਇਹ ਸਾਡੀ ਕੌਮ ਦੀ ਅਣਗਹਿਲੀ ਹੈ ਕਿ ਜਾਂ ਉਹਨਾਂ ਬੰਦਿਆਂ ਨੇ ਇਹ ਸਮਝਿਆ ਵੀ ਸਾਡੀਆਂ ਲੋੜਾਂ ਉੱਥੋਂ ਪੂਰੀਆਂ ਹੁੰਦੀਆਂ ਨੇ, ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਕਿ ਉਹ ਲੋਕ ਆਪਣੀਆਂ ਆਰਥਿਕ ਲੋੜਾਂ ਵਾਸਤੇ ਗਏ ਨੇ ਜਾਂ ਆਪਣੇ ਜੀਵਨ 'ਚੋਂ ਧਰਮ ਨੂੰ ਨਾ ਅਪਣਾ ਲਿਆ ਉਧਰ? ਦੇਖੋ ਭਾਈ ਸਾਹਿਬ ਜੀ, ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਦੇਣ ਲੱਗਿਆ ਫਿਰ ਆਪਣੇ ਆਪ ਨੂੰ ਥੋੜ੍ਹਾ ਪਿੱਛੇ ਲੈ ਕੇ ਜਾਊਂਗਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਵੇਲੇ ਨਾ ਕੋਈ ਧਰਮਾਂ ਦੀ ਕਮੀ ਸੀ, ਨਾ ਧਾਰਮਿਕ ਰਸਮਾਂ ਦੀ ਕਮੀ ਸੀ, ਤੇ ਨਾ ਲੋਕਾਂ ਦੇ ਅੰਦਰੋਂ ਧਰਮ ਦੀ ਸ਼ਰਧਾ ਦੀ ਕੋਈ ਕਮੀ ਸੀ। ਜੇ ਕਮੀ ਸੀ ਤੇ ਗਿਆਨ ਦੀ ਕਮੀ ਸੀ। ਗਿਆਨ ਖਤਮ ਹੋ ਚੁੱਕਾ ਸੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸ਼ਬਦ ਦਾ ਗਿਆਨ ਦਿੱਤਾ। ਔਰ ਉਹਦੇ ਵਿੱਚ ਧਰਮ ਸਭ ਤੋਂ ਪਹਿਲਾਂ ਦਇਆ 'ਚੋਂ ਪੈਦਾ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਔਰ ਦਇਆ ਦਾ, ਜੇ ਮੈਂ ਸਮਾਂ ਜ਼ਿਆਦਾ ਨਹੀਂ ਹੈ ਕਿ ਮੈਂ ਦਇਆ ਨੂੰ ਚੰਗੀ ਤਰ੍ਹਾਂ ਖੋਲ੍ਹ ਸਕਾਂ, ਮੈਂ ਕਹਿੰਦਾ ਕਿ ਅੱਜ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੋਣਾ ਚਾਹੀਦਾ ਸੀ। ਅੱਜ ਸਾਡੇ ਸਿੱਖ ਸਮਾਜ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਰਥਿਕਤਾ ਦੀ ਤੰਗੀ ਦੇ ਵਿੱਚੋਂ ਦੀ ਗੁਜ਼ਰ ਰਹੇ ਆ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਮਾਨਸਿਕ ਵਿਕਾਸ ਜਿਨ੍ਹਾਂ ਦਾ ਨਹੀਂ ਹੋਇਆ। ਲੋਕ ਆਪਣੇ ਦੁੱਖਾਂ ਤੋਂ ਨਿਜਾਤ ਪਾਉਣੀ ਚਾਹੁੰਦੇ ਆ, ਲੋਕ ਆਪਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਚਾਹੁੰਦੇ ਆ। ਔਰ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਪ੍ਰਚਾਰ ਇਸ ਲੈਵਲ ਤੇ ਨਹੀਂ ਕਰ ਪਾਏ। ਅਗਰ ਆਪਾਂ ਹਿਊਮਨ ਸਾਈਕੋਨੋਮੀ ਪੜ੍ਹਦੇ ਹਾਂ, ਡਾਕਟਰ ਯੋਸਫ ਮਰਫੀ ਨੇ ਇੱਕ ਬੁੱਕ ਲਿਖੀ ਆ, ਪਾਵਰ ਆਫ ਯੋਰ ਸਬਕੌਂਸ਼ੀਅਸ ਮਾਈਂਡ। ਉਸ ਬੁੱਕ ਦੇ ਵਿੱਚੋਂ ਪੜ੍ਹ ਕੇ ਮੈਨੂੰ ਇਹ ਪਤਾ ਲੱਗਿਆ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਦਾ ਗੁਰੂ ਪਾਤਸ਼ਾਹ ਕਨਸੈਪਟ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ। ਅਸੀਂ ਗੁਰਬਾਣੀ ਨੂੰ ਪਹਿਲੀ ਗੱਲ ਸਮਝਿਆ ਨਹੀਂ, ਵਿਚਾਰਿਆ ਨਹੀਂ। ਜੇ ਸਮਝਿਆ ਵਿਚਾਰਿਆ ਥੋੜ੍ਹਾ ਬਹੁਤਾ ਤੇ ਬੌਧਿਕ ਤਲ ਤੇ ਵਿਚਾਰਿਆ, ਲੇਕਿਨ ਅਸੀਂ ਉਹ ਜਿਹੜਾ ਆਸਥਾ ਵਾਲਾ ਪੱਖ ਸੀ ਨਾ ਆਮ ਸਿੱਖ ਸੰਗਤਾਂ ਦਾ, ਉਹਨੂੰ ਕਿਤੇ ਨਾ ਕਿਤੇ ਅਸੀਂ ਭੁੱਲ ਗਏ ਹਾਂ। ਔਰ ਲੋਕਾਂ ਦੀਆਂ ਮਾਨਸਿਕ ਤੇ ਸਰੀਰਕ ਸਮੱਸਿਆਵਾਂ, ਜਿਹੜੇ ਲੋਕਾਂ ਦੇ ਦੁੱਖ ਨੇ, ਨਿੱਕੇ ਨਿੱਕੇ ਦੁੱਖ ਨੇ ਮਨੁੱਖੀ ਜ਼ਿੰਦਗੀ, ਜਿਹੜੇ ਤੁਹਾਨੂੰ ਤੇ ਮੈਨੂੰ ਵੀ ਆਉਂਦੇ ਆ, ਲੇਕਿਨ ਸਾਨੂੰ ਪਤਾ ਕਿ ਗੁਰੂ ਪਾਤਸ਼ਾਹ ਦੁੱਖ ਸੁੱਖ ਦੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ, ਲੇਕਿਨ ਲੋਕ ਆਪਣੇ ਇਹਨਾਂ ਦੁੱਖਾਂ ਤੋਂ ਨਿਜਾਤ ਪਾਉਣ ਵਾਸਤੇ ਇੱਕ ਕਰਾਮਾਤੀ ਸ਼ਕਤੀ ਦੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਡੇਰਿਆਂ ਤੇ ਜਾਂਦੇ ਆ ਔਰ ਉਹਨਾਂ ਡੇਰਿਆਂ ਦੇ ਹੋ ਕੇ ਰਹਿ ਜਾਂਦੇ ਆ। ਤੇ ਦੂਸਰਾ ਪੱਖ, ਜਿਵੇਂ ਇਹਨਾਂ ਡੇਰਿਆਂ ਦੇ ਹਸਪੀਟਲ ਵਧੀਆ ਖੁੱਲ੍ਹ ਜਾਣੇ, ਇਹਨਾਂ ਦੀ ਟਰਾਂਸਪੋਰਟੇਸ਼ਨ ਫੈਸਿਲਿਟੀ ਬਣ ਜਾਣੀ ਕਿ ਸੰਗਤਾਂ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਇਕੱਠੀਆਂ ਕਰਕੇ ਆਪਣੇ ਬੱਸਾਂ ਤੇ ਲੈ ਆਉਣੀਆਂ। ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਪਏ। ਅਸੀਂ ਤਾਂ ਸਿਰਫ ਆਪਣੀਆਂ ਸੰਪਰਦਾਵਾਂ ਦੇ ਨਾਮ ਦੀ ਈਗੋ ਨੂੰ ਵਧਾਉਣ ਦੇ ਵਿੱਚ ਆ ਵੀ ਮੇਰੀ ਜਥੇਬੰਦੀ, ਮੇਰਾ ਜਿਹੜੀ ਸੰਸਥਾ ਆ, ਇਹਦਾ ਨਾਮ ਉੱਚਾ ਹੋ ਜਾਏ ਕਿ ਅਸੀਂ ਬਹੁਤ ਲੋਸ਼ ਕਰ ਰਹੇ ਹਾਂ। ਅਸੀਂ ਵਿਖਾਵੇ ਦੇ ਵਿੱਚ ਫਸ ਗਏ ਹਾਂ ਜ਼ਿਆਦਾ, ਔਰ ਉਹ ਲੋਕਾਂ ਦੇ ਘਰਾਂ ਤੱਕ ਜਾ ਪਹੁੰਚੇ ਨੇ। ਬਿਲਕੁਲ।
ਅੱਛਾ, ਇੱਥੇ ਜੋ ਤੁਸੀਂ ਗੱਲ ਕਰਦੇ ਵੀ ਉਹ ਉਹਨਾਂ ਨੇ ਆਪਣੇ ਸਿਸਟਮ ਤਿਆਰ ਕੀਤਾ ਵੀ ਉਹ ਲੋਕਾਂ ਨੂੰ ਘਰੋਂ ਜਾ ਕੇ ਲੈ ਕੇ ਆਉਂਦੇ ਜੀ। ਹੁਣ ਇੱਥੇ ਜੇ ਆਪਣੇ ਸਿੱਖ ਕੌਮ ਦੇ ਚਿੰਤਕਾਂ ਦੀ ਗੱਲ ਕਰੀ, ਜਿਹੜੇ ਪੰਥ ਦਰਦੀ ਖਵਾਉਂਦੇ ਨੇ, ਉਹਨਾਂ ਦਾ ਇਸ ਪ੍ਰਤੀ ਕੀ ਰੋਲ ਆ ਹੁਣ ਤੱਕ? ਦੇਖੋ, ਮੈਂ ਅੱਗੇ ਵੀ ਇੱਕ ਦਿਨ ਇੱਕ ਰੇਡੀਓ ਤੇ ਵਿਚਾਰ ਹੋ ਰਹੀ ਸੀ ਮੇਰੀ, ਤੇ ਮੈਂ ਉਹਨਾਂ ਨਾਲ ਇਹੀ ਵਿਚਾਰ ਕਰ ਰਿਹਾ ਸੀ ਕਿ ਅਸੀਂ ਸਿਸਟੇਮੈਟਿਕਲੀ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਾਂ। ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ, ਔਰ ਜਿਸ ਦਿਨ ਅਸੀਂ ਇਹ ਗੱਲ ਮੰਨ ਲਵਾਂਗੇ, ਵੈਸੇ ਮੈਂ ਇੱਕ ਗੁਰਬਾਣੀ ਦੀ ਪੰਕਤੀ ਕੋਡ ਕਰਨ ਲੱਗਿਆ ਆ, ਉਹ ਪਰਮਾਰਥ ਦੇ ਤੌਰ ਤੇ ਉਹਦੀ ਸੈਂਸ ਲਓਗੇ ਤੇ ਅੰਦਰੋਂ ਇੱਕ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਆ ਦੁੱਖ। ਹਾਂਜੀ। ਹੁਣ ਜਿਸ ਦਿਨ ਆਪਣੀ ਕਮੀ ਦਾ ਅਹਿਸਾਸ ਹੋ ਜਾਂਦਾ ਨਾ ਅੰਦਰੋਂ, ਉਹ ਕਮੀ ਸਾਡੇ ਕਈ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈ। ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਅਸੀਂ ਸਿੱਖ ਕੌਮ ਦਾ ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਜਿਹੜਾ ਆ ਉਹ ਸਹੀ ਤਰੀਕੇ ਨਾਲ ਕਰਨ 'ਚ ਕਾਮਯਾਬ ਨਹੀਂ ਹੋਏ, ਔਰ ਸਾਨੂੰ ਰਵਾਇਤੀ ਪ੍ਰਚਾਰ 'ਚੋਂ ਨਿਕਲ ਕੇ ਸਾਨੂੰ ਇੱਕ ਇਸ ਤਰ੍ਹਾਂ ਦੇ ਕਨਸੈਪਟ 'ਚ ਐਂਟਰ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਨੂੰ ਰਿਜ਼ਲਟ ਆਉਣ ਔਰ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦਾ ਪਤਾ ਲੱਗੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੋਚ ਦਾ ਪਤਾ ਲੱਗੇ ਲੋਕਾਂ ਨੂੰ। ਠੀਕ ਹੈ। ਤੇ ਮੈਂ ਤੁਹਾਡੀ ਗੱਲ ਕਰਦਾ, ਬਹੁਤ ਸਾਰੇ ਪੰਥ ਦਰਦੀ, ਬਹੁਤ ਸਾਰੇ ਵੀਰ ਜਿਹੜੇ ਨੇ ਆਪਣਾ ਫਰਜ਼ ਜਿੰਨਾ ਕਿ ਖੁਦਾ ਉਹ ਨਿਭਾ ਰਹੇ ਨੇ, ਪਰ ਮੈਂ ਇਹ ਪੁੱਛਣਾ ਵੀ ਮਤਲਬ ਪੰਜਾਬ ਤੋਂ ਇਲਾਵਾ ਕੋਈ ਹੋਰ ਇਹਨਾਂ ਜਿਹੜਾ ਗੁਰੂ ਡੰਮ ਹੈ ਉਹਨੇ ਆਪਣਾ ਕਿੰਨੀ ਕੁ ਛਾਪ ਛੱਡੀ ਹੋਈ ਹੈ? ਦੇਖੋ, ਪੰਜਾਬ ਤੋਂ ਇਲਾਵਾ ਦੀ ਗੱਲ ਕਰੀਏ, ਮੈਂ ਇੱਕ ਗੱਲ ਇੱਥੇ ਕਰਨੀ ਚਾਹੂੰਗਾ। ਜਿਵੇਂ ਮੈਂ ਪਿੱਛੇ ਬੋਲ ਕੇ ਗਿਆ ਕਿ ਅਸੀਂ ਆਪਣਾ ਪ੍ਰਚਾਰ ਕਰਨ 'ਚ ਕਾਮਯਾਬ ਨਹੀਂ ਹੋਏ, ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੇ ਗੁਰਸਿੱਖ ਜਿਨ੍ਹਾਂ ਦੇ ਵਿੱਚੋਂ ਤੁਸੀਂ ਲੋਕ ਵੀ ਉਹ ਪੰਥ ਦਰਦੀ ਬੜੇ ਵਧੀਆ ਢੰਗ ਨਾਲ ਕੰਮ ਕਰ ਰਹੇ ਆ। ਜਿਵੇਂ ਆਪਾਂ ਮੀਡੀਆ ਰਾਹੀਂ ਵੀ ਇੱਕ ਕੌਮ ਦਾ ਪ੍ਰਚਾਰ ਹੀ ਕਰ ਰਹੇ ਆ। ਅਗਰ ਪੈਸੇ ਕਮਾਉਣੇ ਹੁੰਦੇ ਤਾਂ ਕੋਈ ਹੋਰ ਵੀ ਤੇ ਕਨਸੈਪਟ ਲਿਆ ਜਾ ਸਕਦਾ ਸੀ। ਅਗਰ ਬਹੁਤ ਕੁਝ ਹੋ ਰਿਹਾ ਹੈ, ਲੇਕਿਨ ਬਹੁਤ ਕੁਝ ਹੋਣਾ ਬਾਕੀ ਹੈ, ਬਹੁਤ ਖਲਾ ਆ। ਪੰਜਾਬ ਦੇ ਵਿੱਚ ਤੇ ਬੜੇ ਵੱਡੇ ਲੈਵਲ ਤੇ ਸਿੱਖ ਕੌਮ ਦਾ ਨੁਕਸਾਨ ਕਰ ਹੀ ਦਿੱਤਾ ਆ, ਲੇਕਿਨ ਜਿੱਥੇ ਜਿੱਥੇ ਦੁਨੀਆ ਦੇ ਜਿਸ ਕੋਨੇ ਦੇ ਵਿੱਚ ਸਿੱਖ ਵਸਦਾ ਆ, ਉਸ ਕੋਨੇ ਦੇ ਵਿੱਚ ਹੀ ਦੇਹਧਾਰੀ ਗੁਰੂ ਡੰਮ ਜਾ ਚੁੱਕਾ ਹੈ। ਤੁਸੀਂ ਅਮਰੀਕਾ ਦਾ ਨਾਂ ਲੈ ਲਓ, ਕੈਨੇਡਾ ਦਾ ਨਾਂ ਲਓ, ਇੰਡੀਆ ਦੇ ਵਿੱਚ ਮਹਾਰਾਸ਼ਟਰ ਦੀ ਗੱਲ ਕਰ ਲਓ, ਤੁਸੀਂ ਇੰਡੀਆ ਦੇ ਵਿੱਚ ਉੜੀਸਾ ਦੀ ਗੱਲ ਕਰ ਲਓ, JNK ਦੀ ਗੱਲ ਕਰ ਲਓ, ਹਰਿਆਣਾ, ਹਿਮਾਚਲ, ਰਾਜਸਥਾਨ ਦੀ ਗੱਲ ਕਰ ਲਓ, ਦੇਹਧਾਰੀ ਗੁਰੂ ਡੰਮ ਹਰ ਜਗ੍ਹਾ ਤੇ ਜਾ ਚੁੱਕਾ, ਔਰ ਹਰ ਜਗ੍ਹਾ ਤੇ ਦੁਨੀਆ ਦੇ ਕੋਨੇ ਤੇ ਜਿੱਥੇ ਸਿੱਖ ਵਸਦਾ ਉੱਥੇ ਸਿੱਖ ਦੇਹਧਾਰੀ ਗੁਰੂ ਡੰਮ ਦੀ ਚੁੰਗਲ 'ਚ ਫਸਿਆ ਤੁਹਾਨੂੰ ਮਿਲ ਸਕਦਾ। ਇੱਕ ਗੱਲ ਮੈਂ ਤੁਹਾਡੇ 'ਚ ਨੋਟ ਕਰਕੇ ਗੱਲ ਤੁਹਾਡੇ ਕੋਲੋਂ ਜਵਾਬ ਪੁੱਛਣਾ ਵੀ ਤੁਸੀਂ ਕਹਿੰਦੇ ਵੀ ਤੁਹਾਨੂੰ ਗੱਲ ਮੰਨ ਲੈਣੀ ਚਾਹੀਦੀ, ਅਸੀਂ ਇਸ ਮਿਸ਼ਨ 'ਚੋਂ ਫੇਲ ਹੋ ਚੁੱਕੇ ਹਾਂ, ਪਰ ਇਸ ਦਾ ਕੋਈ ਹੱਲ ਵੀ ਹੋ ਸਕਦਾ ਵੀ ਆਪਾਂ ਕਾਮਯਾਬ ਹੋ ਜਾਈਏ? ਬਿਲਕੁਲ ਹੱਲ ਹੈ ਜੀ। ਅਸੀਂ, ਮੇਰੇ ਇਹ ਸ਼ਬਦ ਦਾ ਮਤਲਬ ਕਿਧਰੇ ਵੀ ਨਿਰਾਸ਼ਾਵਾਦੀ ਨਹੀਂ ਹੈ ਕਿ ਅਸੀਂ ਫੇਲ ਹੋ ਗਿਆ ਤੇ ਘਰ ਬੈਠ ਜਾਈਏ। ਸਾਡਾ ਕੰਮ ਕਰਨ ਦਾ ਢੰਗ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਵੱਖਰਾ ਆ, ਔਰ ਮੈਂ ਨਿਰਾਸ਼ਾ ਦੇ ਵਿੱਚ ਨਹੀਂ ਪੈਂਦਾ, ਨਾ ਮੈਂ ਨਿਰਾਸ਼ਾਜਨਕ ਸ਼ਬਦ ਬੋਲਦਾ ਹਾਂ, ਕਿਉਂਕਿ ਸਿੱਖ ਕੌਮ ਉਸ ਸਮੇਂ 'ਚੋਂ ਵੀ ਬਾਹਰ ਆ ਗਈ ਆ ਜਦੋਂ ਕਿਤੇ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਪਈਆਂ ਹੁੰਦੀਆਂ ਸੀ ਪਰਿਕਰਮਾ ਦੇ ਵਿੱਚ, ਤੇ ਉਸ ਸਮੇਂ 'ਚੋਂ ਬਾਹਰ ਆ ਗਈ ਆ। ਸਿੱਖ ਕੌਮ ਵਿੱਚੋਂ ਵੀ ਬਾਹਰ ਆ ਜਾਏਗੀ। ਹੁਣ ਤੇ ਬਹੁਤ ਅਵੇਅਰਨੈਸ ਹੋ ਰਹੀ ਆ ਔਰ ਬਹੁਤ ਕੁਝ ਹੋ ਰਿਹਾ ਹੈ। ਮੈਨੂੰ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈ ਕਿ ਸਾਨੂੰ ਅੱਜ ਰਵਾਇਤੀ ਵੱਡੇ ਵੱਡੇ ਸਮਾਗਮਾਂ ਦੇ ਵਿੱਚੋਂ ਬਾਹਰ ਨਿਕਲ ਕੇ ਥੋੜ੍ਹਾ ਜਿਹਾ ਮਾਡਰਨ ਤਰੀਕੇ ਦੇ ਨਾਲ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਜਿਵੇਂ ਐਗਜ਼ਾਮਪਲ ਦੇਣ ਲੱਗਾ, ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਆਪਾਂ ਕਲਾਸਿਸ ਲਗਾਈਆਂ ਜਿਹੜੀਆਂ ਕਿ ਅਸੀਂ ਮਾਝੇ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਲਗਵਾਉਣ ਦੀ, ਔਰ ਮੈਂ ਆਪਣੇ ਘਰ ਹਰ ਸ਼ਨੀਵਾਰ 6 ਤੋਂ 7 ਤੱਕ ਬੱਚਿਆਂ ਦੀ ਕਲਾਸ ਲੈਣਾ ਹੈ। ਕਨਵੈਂਟ ਸਕੂਲਾਂ ਦੇ ਬੱਚੇ ਮੇਰੇ ਇਲਾਕੇ ਦੇ ਸਾਰੇ ਆਉਂਦੇ ਆ, ਔਰ ਇੱਕ ਸਾਇੰਟੀਫਿਕ ਸਿਸਟਮ ਦੇ ਨਾਲ ਬੱਚਿਆਂ ਨੂੰ ਗੁਰਮਤਿ ਦੀ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰੀਦੀ ਆ। ਅੱਜ ਸਾਨੂੰ ਇਹ ਪੱਖ ਲੈਣਾ ਪਏਗਾ ਕਿਉਂਕਿ ਵਿੱਦਿਆ ਦਾ ਪਸਾਰ ਹੋ ਰਿਹਾ। ਅਸੀਂ ਅਕੈਡਮਿਕਲੀ ਅਗਰ ਜੇ ਕੁਆਲੀਫਾਈ ਬੱਚਿਆਂ ਨੂੰ ਗੁਰਮਤਿ ਦੀ ਨੌਲੇਜ ਦੇਣੀ ਆ, ਤੇ ਸਾਨੂੰ ਆਪ ਵੀ ਅਕੈਡਮਿਕਲੀ ਕੁਆਲੀਫਾਈ ਜਿਹੜੇ ਪ੍ਰਚਾਰਕ ਆ ਉਹਨਾਂ ਨੂੰ ਸਾਹਮਣੇ ਲਿਆਉਣਾ ਪਏਗਾ। ਜਿੱਥੇ ਤੁਸੀਂ ਇਹ ਗੱਲ ਕਰਦੇ ਵੀ ਅਸੀਂ ਆਪਣਾ ਸਕੂਲ ਲੈਵਲ ਤੇ, ਕਾਲਜ ਲੈਵਲ ਤੇ ਅਸੀਂ ਆਪਣਾ ਜਿਹੜਾ ਪ੍ਰਚਾਰ ਦਾ ਕੰਮ ਕਰਦੇ ਹਾਂ ਜੀ, ਗੁਰੂ ਡੰਮ ਵੀ ਇਸ ਦੇ ਵਿੱਚ ਜਿਹੜਾ ਆਪਣਾ ਰੋਲ ਨਿਭਾ ਰਿਹਾ। ਉਹਨਾਂ ਨੇ ਵੀ ਸਕੂਲ, ਯੂਨੀਵਰਸਿਟੀ, ਕਾਲਜ ਖੋਲ੍ਹੇ ਹੋਏ ਨੇ। ਬਿਲਕੁਲ ਜੀ। ਜੇ ਅਸੀਂ ਆਖੀਏ ਵੀ ਅਸੀਂ ਵੀ ਗੁਰਬਾਣੀ ਸਿਖਾ ਰਹੇ ਹਾਂ, ਉਹ ਵੀ ਗੁਰਬਾਣੀ ਸਿਖਾ ਰਹੇ ਨੇ ਜੀ, ਤੇ ਫਿਰ ਵੀ ਆਖੀ ਉਹ ਜਿਹੜਾ ਗੁਰੂ ਡੰਮ ਦਾ ਪ੍ਰਚਾਰ ਜ਼ਿਆਦਾ ਹੈ, ਸਿੱਖੀ ਦਾ ਪ੍ਰਚਾਰ ਘੱਟ ਹੈ, ਤੱਤਵ ਵਿਚਾਰਤਾ ਦਾ ਪ੍ਰਚਾਰ ਘੱਟ ਹੈ, ਐਸਾ ਕਿਉਂ ਆ? ਫਿਰ ਉਹੀ ਗੱਲ ਹੈ ਕਿ ਉਹਨਾਂ ਦਾ ਜਿੱਡੇ ਵੱਡੇ ਲੈਵਲ ਦਾ ਸਿਸਟਮ ਹੈ, ਅਸੀਂ ਉਹਨੇ ਵੱਡੇ ਲੈਵਲ ਦਾ ਸਿਸਟਮ ਨਹੀਂ ਕਰ ਪਾ ਰਹੇ। ਅਸੀਂ ਛੋਟੀਆਂ-ਛੋਟੀਆਂ ਸੰਪਰਦਾਵਾਂ ਦੇ ਵਿੱਚ ਛੋਟੀਆਂ-ਛੋਟੀਆਂ ਜਥੇਬੰਦੀਆਂ 'ਚ ਵੰਡੇ ਆ। ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਹਰ ਸੰਪਰਦਾ, ਹਰ ਜਥੇਬੰਦੀ, ਹਰ ਮਿਸ਼ਨਰੀ ਕਾਲਜ ਆਪਣੇ ਆਪਣੇ ਲੈਵਲ ਤੇ ਕੰਮ ਕਰ ਰਿਹਾ, ਲੇਕਿਨ ਅਸੀਂ ਓਡੇ ਵੱਡੇ ਲੈਵਲ ਤੇ ਨਹੀਂ ਕੰਮ ਕਰ ਪਾ ਰਹੇ ਜਿੰਨੇ ਵੱਡੇ ਲੈਵਲ ਤੇ ਗੁਰੂ ਡੰਮ ਅੱਜ ਕੰਮ ਕਰ ਰਿਹਾ।
ਜੀ ਜੀ ਸਾਨੂੰ ਉਨੇ ਵੱਡੇ ਲੈਵਲ ਤੇ ਕੰਮ ਕਰਨ ਦੀ ਲੋੜ ਆ। ਮੈਂ ਇੱਕ ਛੋਟਾ ਜਿਹਾ ਨੁਕਤਾ ਫੜਦਾ ਹੁੰਨਾ ਜੀ ਹਾਂਜੀ। ਕਿ ਹਰ ਦੇਹਧਾਰੀ ਗੁਰੂ ਡੰਮ ਦਾ ਸੇਵਕ ਐਤਵਾਰ ਦੇ ਐਤਵਾਰ satsang ਸੁਣ ਜਾਂਦਾ ਹੈ। ਜਿੱਦਣ ਹਰ ਸਿੱਖ ਐਤਵਾਰ ਦੇ ਐਤਵਾਰ ਗੁਰਦੁਆਰੇ ਜਾ ਕੇ ਸ਼ਬਦੀ ਵਿਚਾਰ ਸੁਣਨ ਲੱਗ ਗਿਆ, ਉਦੋਂ ਦੇਹਧਾਰੀ ਗੁਰੂ ਡੰਮ ਖਤਮ ਹੋ ਜਾਏਗਾ, ਭੱਜ ਜਾਏਗਾ। ਮੈਂ ਜਾਂਦੇ ਕਹਿੰਦੇ ਸਾਨੂੰ ਇੱਕ ਜ਼ਰੂਰ ਗੱਲ ਦਾ ਜਵਾਬ ਦੇ ਕੇ ਜਾਓ ਕਿ ਜੇ ਅਸੀਂ ਮੰਨੀਏ ਕਿ ਸਾਡੇ ਘਰਾਂ ਵਿੱਚ ਗੁਰੂ ਡੰਮ ਨਿਕਲੇ, ਜੀ। ਕਿਉਂਕਿ ਮੈਂ ਇੱਕ ਗੱਲ ਸਮਝਦਾ ਨਾ, ਜਿਹੜਾ ਗੁਰੂ ਡੰਮ ਹੈ ਨਾ ਉਹਨੂੰ ਅੱਜ ਜਿਹੜਾ ਨੌਜਵਾਨ ਹੈ ਉਹ ਬਹੁਤ ਘੱਟ ਕੈਚ ਕਰਦਾ ਹੈ, ਜੀ। ਬਹੁਤ ਘੱਟ ਜਿਹੜਾ ਐਕਸੈਪਟ ਕਰ ਰਿਹਾ। ਪਰ ਜਿਹੜਾ ਪੁਰਾਣੇ ਸੋਚ ਦੇ ਕੋਈ ਜਿਹੜੇ ਬਜ਼ੁਰਗ ਨੇ, ਮਾਤਾਵਾਂ ਨੇ, ਉਹਨਾਂ ਦੇ ਮਾਈਂਡ ਵਿੱਚ ਇੱਕ ਗੱਲ ਬੈਠੀ ਆ ਵੀ ਉਹ ਅਸੀਂ ਉੱਥੇ ਜਾਂਦੇ ਆ ਤੇ ਸਾਡੀ ਉੱਥੇ ਸੁਖਣਾ ਪੂਰੀ ਹੁੰਦੀ ਹੈ, ਹੈਨਾ ਜੀ। ਪਰ ਇਹੀ ਚੀਜ਼ ਜੇ ਅਸੀਂ ਇਹਨੂੰ ਸਮਝਾ ਕੇ ਬਾਣੀ ਰਾਹੀਂ ਇਹ ਗੱਲ ਕਹੀ ਵੀ ਜੇ ਤੁਹਾਡੀ ਸੁਖਣਾ ਉੱਥੋਂ ਪੂਰੀ ਹੁੰਦੀ ਤੇ ਕੀ ਮਨ ਦੀਆਂ ਕਾਮਨਾਵਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੱਸਦੀ ਉਹ ਨਹੀਂ ਪੂਰੀਆਂ ਕਰ ਸਕਦੇ, ਕਿਉਂਕਿ ਵਿਸ਼ਵਾਸ ਵੱਜ ਗਿਆ ਉੱਥੇ, ਜੀ। ਠੀਕ ਹੈ ਨੇ। ਹੁਣ ਆਪਾਂ ਸੁਣੀ ਸਾਨੂੰ ਇਹ ਗੱਲ ਦਾ ਜਵਾਬ ਦਿਓ ਵੀ ਜਿਹੜੀ ਅੱਜ ਦੀ ਜਨਰੇਸ਼ਨ ਹੈ, ਨੌਜਵਾਨ ਪੀੜ੍ਹੀ ਹੈ, ਜਾਂ ਜਿਹੜੇ ਘਰਾਂ 'ਚ ਬੈਠੇ ਸਾਰੇ ਦੇਖ ਰਹੇ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਉਹਨਾਂ ਨੂੰ ਵੀ ਦੱਸੋ ਵੀ ਤੁਸੀਂ ਇਸ ਚੀਜ਼ ਨੂੰ ਮਤਲਬ ਇੱਕੋ ਥਾਂ ਤੇ ਹੀ ਕਿਉਂ ਰੱਖਦੇ ਹੋ, ਗੁਰੂ ਗ੍ਰੰਥ ਸਾਹਿਬ ਨਾਲ ਇਸ ਚੀਜ਼ ਨੂੰ ਕਿਉਂ ਨਹੀਂ ਜੋੜਦੇ? ਦੇਖੋ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਪ੍ਰਚਾਰ ਵੱਡੇ ਲੈਵਲ ਦਾ ਹੋਏਗਾ ਤੇ ਤੁਹਾਡੀ ਆ ਗੱਲ ਜੋ ਤੁਸੀਂ ਬੋਲੀ ਹੈ ਹੁਣੇ ਕਿ ਇਹ ਚੀਜ਼ ਦੱਸਣ ਦੀ ਲੋੜ ਹੈ, ਇਹ ਕਿਵੇਂ ਦੱਸਾਂਗੇ? ਇਹਦੇ ਲਈ ਕੋਈ ਪਲੇਟਫਾਰਮ ਬਣੇਗਾ ਕਿ ਆਮ ਜਨ ਸਧਾਰਨ ਤੱਕ ਗੁਰੂ ਦੀ ਗੱਲ ਪਹੁੰਚੇ ਤੇ ਆਪਣੇ ਆਪ ਇਹ ਮੈਸੇਜ ਪਹੁੰਚਾਉਣ 'ਚ ਆਪਾਂ ਕਾਮਯਾਬ ਹੋਵਾਂਗੇ। ਤੁਹਾਡੇ ਮੁਤਾਬਕ ਕੀ ਤੁਸੀਂ ਸਾਡੇ ਚੈਨਲ ਰਾਹੀਂ ਜਿਹੜੀ ਸਿੱਖ ਕੌਮ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ? ਬਿਲਕੁਲ, ਮੈਂ ਸਿੱਖ ਕੌਮ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਰੂਪ ਦੇ ਵਿੱਚ ਸਾਡੇ ਕੋਲ ਇੱਕ ਜੀਵਨ ਦਾ ਇੱਕ ਸੁਖੱਲਾ ਮਾਰਗ ਹੈ, ਜਿਹੜਾ ਅਸੀਂ ਪ੍ਰਚਾਰਨ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ। ਅਸੀਂ ਆਓ ਵਧੀਆ ਢੰਗ ਦੇ ਨਾਲ ਪਿੰਡ ਲੈਵਲ ਤੇ ਸਭ ਤੋਂ ਪਹਿਲਾਂ ਮੈਂ ਮੈਸੇਜ ਇਹ ਦੇਣਾ ਚਾਹੂੰਗਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਚਰਨਾਂ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਹੈ, ਭਾਵੇਂ ਉਹ ਪੰਜਾਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਭਾਵੇਂ ਉਹ ਵਿਦੇਸ਼ ਦੀਆਂ ਤੇ ਭਾਵੇਂ ਪੰਜਾਬ ਤੋਂ ਬਾਹਰ ਦੀਆਂ ਪ੍ਰਬੰਧਕ ਕਮੇਟੀਆਂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੈਂ ਗੱਲ ਕਰ ਰਿਹਾ, ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਇਕੱਲੀ ਗੱਲ ਨਹੀਂ ਕਰ ਰਿਹਾ। ਹਰ ਸ਼ਹਿਰ ਗਲੀ ਮੁਹੱਲੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਦੁਆਰਿਆਂ ਨੂੰ ਪ੍ਰਚਾਰ ਦੇ ਕੇਂਦਰ ਬਣਾ ਦਈਏ। ਹਰ ਰੋਜ਼ ਗੁਰਦੁਆਰਿਆਂ ਦੇ ਵਿੱਚ ਸ਼ਾਮ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਹੋਵੇ, ਹਰ ਸਿੱਖ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਨੂੰ ਸਮਝਣ 'ਚ ਕਾਮਯਾਬ ਹੋ ਜੇ ਤੇ ਰੋਜ਼ਾਨਾ ਸਹਿਜ ਪਾਠ ਕਰੇ ਤੇ ਗੁਰਦੁਆਰਿਆਂ ਨੂੰ ਪ੍ਰਚਾਰ ਦੇ ਕੇਂਦਰ ਬਣਾ ਦਈਏ। ਜਿਸ ਦਿਨ ਸਾਡੇ ਗੁਰਦੁਆਰੇ ਪ੍ਰਚਾਰ ਦੇ ਕੇਂਦਰ ਬਣ ਗਏ, ਇਹ ਰਸਮੀ ਪ੍ਰਚਾਰ ਨਹੀਂ ਜਿਹੜਾ ਗੁਰਪੁਰਬ ਤੇ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਆ, ਕੀਰਤਨ ਦਰਬਾਰ ਕਰਾਏ ਜਾਂਦੇ, ਇਹ ਰਸਮੀ ਪ੍ਰਚਾਰ ਹੈ। ਗੁਰਦੁਆਰੇ ਇਸ ਤਰ੍ਹਾਂ ਸਾਡੇ ਪ੍ਰਚਾਰ ਦੇ ਕੇਂਦਰ ਬਣ ਜਾਣ ਜਿਸ ਤਰ੍ਹਾਂ ਸਾਡੇ ਅੱਜ ਕਨਵੈਂਟ ਸਕੂਲ ਹੈ, ਗੁਰਦੁਆਰੇ ਸਾਡੀ ਗੁਰਬਾਣੀ ਦੇ ਕਨਵੈਂਟ ਸਕੂਲ ਬਣ ਜਾਣ ਤੇ ਇਹ ਜਿਹੜੀਆਂ ਸਿੱਖ ਕੌਮ ਦੀਆਂ ਸਮੱਸਿਆਵਾਂ ਸਾਰੀਆਂ ਹੀ ਖਤਮ ਹੋ ਜਾਣਗੀਆਂ। ਸਿਰਫ ਇੱਕੋ ਇੱਕ ਤਰਲਾ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਬਾਣੀ ਦਾ ਪ੍ਰਚਾਰ ਸ਼ੁਰੂ ਕਰ ਦਈਏ ਆਪਾਂ। ਸੋ ਦਰਸ਼ਕੋ, ਗੁਰੂ ਨੇ ਕਿਰਪਾ ਕੀਤੀ ਹੈ, ਬੜੀ ਸੋਹਣੇ ਭਾਈ ਸਾਹਿਬ ਨਾਲ ਵਿਚਾਰ ਚਰਚਾ ਹੋਈ ਇਸ ਵਿਸ਼ੇ ਤੇ ਗੁਰੂ ਕਿਰਪਾ ਕਰੇ ਜਿਹੜੇ ਘਰਾਂ ਵਿੱਚ ਬੈਠੇ ਆਪਾਂ ਵੇਖ ਰਹੇ ਹਾਂ ਤੇ ਇੱਕ ਗੱਲ ਗੁਰੂ ਸਾਹਿਬ ਦੀ ਬਾਣੀ 'ਚ ਸਿੱਖ ਲਈਏ ਵੀ 14 ਅਮਾਵਸ ਰਾਤਰਾ ਚਮਾਂਗੇ ਵਾਲੀ ਗੱਲ ਜਿਹੜੀ ਹੈ ਬਾਣੀ 'ਚ ਗੁਰੂ ਸਾਹਿਬ ਨੇ ਦੱਸੀ ਹੈ ਵੀ ਲੋਕ ਮੱਸਿਆ ਚਾਹੁੰਦੇ ਇਹ ਮੰਨ ਰਹੇ ਨੇ ਪਰ ਬਾਣੀ ਰੱਬ ਦੀ ਗੱਲ ਨਹੀਂ ਮੰਨ ਰਹੇ। ਤੇ ਉਸ ਗੱਲ ਨੂੰ ਸਮਝੋ ਵੀ 14 ਅਮਾਵਸ ਰਾਤਰਾ ਚਮਾਂਗੇ ਵਾਲੀ ਪੰਡਤ ਦੀ ਗੱਲ ਕੀਤੀ ਵੀ ਕਬੀਰ ਸਾਹਿਬ ਨੇ ਕਿਹਾ ਵੀ ਤੁਸੀਂ ਪੰਡਤ ਜੀ ਇਹ ਦਿਨ ਬਣਾ ਤੇ ਲੋਕਾਂ ਨੂੰ ਮਗਰ ਲਾਉਣ ਵਾਲੇ, ਇਸ ਵਾਸਤੇ ਇਹਨਾਂ ਖਾਸ ਦਿਨਾਂ ਮਗਰ ਨਾ ਲੱਗੋ। ਗੁਰੂ ਨੇ ਕਿਹਾ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਹਰ ਦਿਨ ਚੰਗਾ ਹੈ ਧਨ ਸੁਵੇਲਾ ਘੜੀ ਧਨ, ਧਨ ਮੂਰਤ ਪਲਸਾਰ, ਧਨ ਸੁਦਨ ਸੰਜੋਗੜਾ ਜੇ ਡੱਠਾ ਗੁਰਦਰਸਾਰ। ਜਦੋਂ ਤੁਸੀਂ ਗੁਰੂ ਦੀ ਬਾਣੀ ਪੜ੍ਹਨ ਲੱਗ ਪਏ ਘਰਾਂ ਵਿੱਚ, ਗੁਰੂ ਦੀ ਬਾਣੀ ਨਾਲ ਤੁਸੀਂ ਪਿਆਰ ਕਰਨ ਲੱਗ ਪਏ, ਤੁਹਾਡਾ ਹਰ ਦਿਨ ਚੰਗਾ, ਹਰ ਦਿਨ ਵਧੀਆ। ਇਸ ਵਾਸਤੇ ਗੁਰੂ ਡੰਮ ਤੋਂ ਬਚਣਾ ਹੈ, ਰੋਜ਼ਾਨਾ ਨਿਤਨੇਮੀ ਹੋਵੋ, ਰੋਜ਼ਾਨਾ ਬਾਣੀ ਨਾਲ ਜੁੜੋ ਤਾਂ ਕਿ ਸਾਡਾ ਆਪਣਾ ਫਰਜ਼ ਬਣ ਕੇ ਆਪਣੇ ਗੁਰੂ ਨਾਲ ਜੁੜ ਕੇ ਇੱਕ ਕੌਮ ਦੇ ਇੱਕ ਲੜ ਲੱਗ ਕੇ ਅਸੀਂ ਇੱਕ ਸੂਤਰ 'ਚ ਪਰੋਏ ਜਾ ਸਕੀਏ। ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੇ ਵਿਸ਼ੇ ਤੇ ਵਿਚਾਰ ਕੀਤੀ ਆ। ਸੋ ਗੁਰੂ ਕਿਰਪਾ ਕਰੇ ਤੁਹਾਨੂੰ ਫਿਰ ਮਿਲਦੇ ਹਾਂ ਅਗਲੇ ਹਫਤੇ ਨਵੇਂ ਵਿਚਾਰ ਲੈ ਕੇ ਨਵੇਂ ਵਿਦਵਾਨਾਂ ਨਾਲ। ਤਦ ਤੱਕ ਲਈ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਵਿੱਚ।